ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਆ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਬਿਲਕੁਲ ਠੀਕ ਠਾਕ। ਚੜ੍ਹਦੀ ਕਲਾ ਚੋਂ। ਮੈਂ ਇੱਕ ਬੇਨਤੀ ਕੀਤੀ ਸੀ ਤੁਹਾਨੂੰ। ਪਰਿਵਾਰ ਠੀਕ ਹੈ ਸਾਰਾ? ਬਿਲਕੁਲ ਠੀਕ ਆ, ਸਿਹਤਯਾਬ, ਬਿਲਕੁਲ ਚੰਗੀ ਤਰ੍ਹਾਂ ਸਿਹਤਯਾਬ। ਤੇ ਟਾਣਾ ਸਾਹਿਬ ਮੈਂ ਇੱਕ ਬੇਨਤੀ ਕੀਤੀ ਸੀ ਤੁਹਾਨੂੰ। ਸੱਚੀ ਕਹਿੰਦੇ ਅੱਜ ਦੇ ਜ਼ਮਾਨੇ ਦੇ ਵਿੱਚ ਨਾ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਤੁਹਾਡੇ ਆਪਣੇ ਹੀ ਤੁਹਾਡੀਆਂ ਜੜ੍ਹਾਂ ਵੱਢਦੇ ਨੇ। ਕੀ ਗੱਲ ਹੋ ਗਈ? ਕਈ ਤਾਂ ਜੜ੍ਹਾਂ ਦੇ ਵਿੱਚ ਚੌਂਕੜੀ ਮਾਰ ਕੇ ਬਹਿ ਜਾਂਦੇ। ਕੀ ਸਮੱਸਿਆ ਆ ਗਈ? ਮੈਂ ਆਪ ਜੀ ਨੂੰ ਕੀ ਬੇਨਤੀ ਕੀਤੀ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਮਾੜੀ ਜੀ ਦੱਸਿਓ। ਤੁਸੀਂ ਮੈਨੂੰ ਕਿਹਾ ਵੀ ਹਰ ਰੋਜ਼ ਦੀ ਤਰ੍ਹਾਂ ਆਪਾਂ ਬਹੁਤ ਵਧੀਆ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਨੀ ਆ। ਅਸੀਂ ਸਾਰੇ ਦਰਸ਼ਕ ਭੈਣ ਭਰਾਵਾਂ ਦੇ ਉੱਤੇ ਮਾਣ ਬਹੁਤ ਕਰਦੇ ਆ। ਸਾਨੂੰ ਰਸ਼ਕ ਇਹਨਾਂ ਦੇ ਉੱਤੇ, ਇਹ ਸਾਨੂੰ ਇੰਨਾ ਪਿਆਰ ਮੁਹੱਬਤ ਦਿੰਦੇ ਆ ਤੇ ਅਸੀਂ ਇਹਨਾਂ ਦੀ ਕਸਵੱਟੀ ਦੇ ਉੱਤੇ ਜਿੰਨਾ ਚਿਰ ਜਿਉਂਦੇ ਆ ਉਤਰਨ ਦੀ ਕੋਸ਼ਿਸ਼ ਕਰਨੀ ਆ। ਇੰਨੀ ਲੰਬੀ ਗੱਲ ਤਾਂ ਵੈਸੇ ਮੈਂ ਨਹੀਂ ਸੀ ਕੀਤੀ। ਗੱਲਾਂ ਤੁਹਾਡੀਆਂ ਸੱਚੀਆਂ ਨੇ, ਇਹਨਾਂ ਨਾਲ ਮੈਂ ਸਹਿਮਤ ਹਾਂ 100%। ਕਹੋ ਵੀ ਨਹੀਂ, ਇਹਨਾਂ ਦੀ ਗੱਲ ਨਹੀਂ ਕੀਤੀ। ਨਹੀਂ, ਮੈਂ ਤਾਂ ਕਹਿ ਰਹੀ ਹਾਂ ਭੂਮਿਕਾ ਨਾ ਬੰਨੋ, ਮੁੱਦੇ ਤੇ ਆਓ ਵੀ ਜਿਹੜੀ ਅਸਲ ਗੱਲ ਮੈਂ ਕਹੀ ਸੀ। ਤੁਸੀਂ ਮੈਨੂੰ ਇਹ ਗੱਲ ਕਹੀ ਸੀ ਵੀ ਅੱਜ ਆਪਾਂ ਨਾ ਖਬਰਾਂ ਵੀ ਸਾਂਝੀਆਂ ਕਰਨੀਆਂ, ਅੱਜ ਮੌਸਮ ਦੀ ਹਾਲ ਬਿਆਨੀ ਵੀ ਕਰਨੀ ਆ। ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਪਹੁੰਚ ਗਏ, ਮਗਰਲੀ ਕਤਾਰ ਦੇ ਵਿੱਚ ਜਾ ਕੇ ਬਹਿ ਗਏ। ਇਹ 2 ਰੋਜ਼ਾ ਇਜਲਾਸ ਹੈਗਾ। ਪਹਿਲੇ ਦਿਨ ਵੀ ਸ਼ਰਧਾਂਜਲੀ ਦੇ ਕੇ ਵਿਛੜੀਆਂ ਸ਼ਖਸੀਅਤਾਂ ਨੂੰ ਤੇ ਉਠਾਤਾ ਤੇ ਹੁਣ ਕੱਲ ਨੂੰ 10 ਵਜੇ ਉਹ ਫੇਰ ਬਹਿਣਗੇ। ਚੱਜ ਦਾ ਵਿਚਾਰ ਸੁਣੋ। ਹੁਣੇ ਆਮਦ ਹੋਈ ਆ ਹਾਲਾਤਾਂ ਦੇ ਮੱਦੇਨਜ਼ਰ। ਕਹਿੰਦੇ ਕਿ ਕਦੇ ਵੀ ਬਗਾਨਿਆਂ ਦੇ ਉੱਪਰ ਨਾ ਤੁਸੀਂ ਗਿਲਾ ਕਰਿਆ ਕਰੋ। ਕਦੇ ਵੀ ਬਗਾਨਿਆਂ ਦੇ ਉੱਤੇ ਦੁੱਕੀ ਦਾ ਯਕੀਨ ਨਾ ਕਰੋ। ਗਿਲਾ ਨਾ ਕਰੋ। ਯਕੀਨ ਕਿੱਥੋਂ ਆ ਗਿਆ? ਗਿਲਾ, ਜਦੋਂ ਗਿਲਾ ਹੋਵੇ ਨਾ, ਯਕੀਨ ਕਰਨ ਨੂੰ ਵੈਸੇ ਨਹੀਂ ਚਿੱਤ ਕਰਦਾ। ਮਤਲਬ ਕਦੇ ਬਗਾਨਿਆਂ ਤੇ ਗਿਲਾ ਨਾ ਕਰੋ। ਤੁਹਾਡੀਆਂ ਜੜ੍ਹਾਂ ਵੱਢਣ ਵਾਲੇ ਤੁਹਾਡੇ ਆਪਣੇ ਹੀ ਹੁੰਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਆ। ਕਦੇ ਵੀ ਬਗਾਨਿਆਂ ਦੇ ਉੱਤੇ ਯਕੀਨ ਨਾ ਕਰੋ, ਗਿਲਾ ਨਾ ਕਰੋ। ਗਿਲੇ ਸ਼ਿਕਵੇ ਸਭ ਭੁੱਲ ਜਾਈਏ। ਆ ਕਰ ਵਾਦਾ ਨੀ, ਤੂੰ ਮੇਰੇ ਦਿਲ ਦੀ ਰਾਣੀ ਬਣ ਜਾ, ਮੈਂ ਤੇਰਾ ਰਾਜਾ ਨੀ। ਇਹ ਸ਼ੀਰਾ ਜਸਵੀਰ ਹੋਰਾਂ ਦਾ ਗੀਤ ਆ। ਕੀ ਹੋ ਗਿਆ? ਮੈਨੂੰ ਕੁਛ ਨਹੀਂ ਹੋਇਆ, ਗਾਣਾ ਚੇਤੇ ਆਇਆ। ਜਿੱਥੇ ਗਿਲੇ ਦੀ ਗੱਲ ਆ ਗਈ, ਮੈਂ ਗਿਲਾ ਪੀਣ ਪਾ ਲੈਣਾ। ਅੱਛਾ ਠੀਕ ਹੈ ਜੀ। ਹੋਰ ਸੁਣਾਓ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਬਹੁਤ ਵਧੀਆ, ਚੜ੍ਹਦੀ ਕਲਾ। ਅਸਲ ਦੇ ਵਿੱਚ ਮੈਂ ਹੀ ਦੱਸ ਦਿੰਨੀ ਆ ਜੀ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ ਕਿ ਟਾਣਾ ਸਾਹਿਬ ਹੁਣ ਮੇਰੇ ਹੱਥ ਦੇ ਵਿੱਚ ਫੜਿਆ ਗਿਆ ਤੇ ਇਸ ਲਈ ਮੈਂ ਹੁਣ ਹੱਥ ਨਹੀਂ ਜੋੜ ਸਕਾਂਗੀ। ਕਿਰਪਾ ਕਰਕੇ ਤੁਸੀਂ ਇਸ ਮੁੱਦੇ ਨੂੰ ਨਾ ਚੁੱਕਿਓ। ਪਰ ਇਹ ਨਹੀਂ ਹਟੇ ਆਪਣੀ ਆਦਤ ਮੁਤਾਬਕ। ਇਹ ਫਿਰ ਵੀ ਉਸੇ ਜਿੱਥੇ ਮਤਲਬ ਨਹੀਂ ਵੀ ਕਿਸੇ ਦਾ ਧਿਆਨ ਜਾਣਾ, ਉੱਥੇ ਧੱਕੇ ਨਾਲ ਜ਼ਬਰਦਸਤੀ ਧਿਆਨ ਲਿਜਾਣ ਦੀ ਕੋਸ਼ਿਸ਼ ਕਰਨਗੇ। ਬੋਲੇ ਨਹੀਂ ਕੀਤਾ ਹੀ ਸੀ। ਹੁਣ ਤਾਂ ਮੈਂ ਵੀ ਜੋੜ ਦਿੱਤਾ। ਤੁਸੀਂ ਮੈਨੂੰ ਕਿਹਾ ਨਾ ਵੀ ਹੱਥ ਜੋੜਦੇ ਮੈਨੂੰ ਔਖੇ ਲੱਗੇ। ਜਦੋਂ ਮੇਰੇ ਮੂਹਰੇ ਜੋੜੇ ਸੀ ਮੈਂ ਐ ਨਹੀਂ ਕਰ ਸਕਣੇ, ਉਵੇਂ ਇੱਧਰ ਜੋੜ ਲੈਂਦੇ। ਗੱਲ ਅਗਲੀ ਇਹ ਆ, ਉਦੋਂ ਕੈਮਰਾ ਨਹੀਂ ਸੀ ਚੱਲ ਰਿਹਾ। ਚੱਜ ਦਾ ਵਿਚਾਰ ਸੁਣੋ ਹੁਣ। ਹਾਂਜੀ ਸੁਣਾਓ। ਵੀ ਮੌਨ ਰਹਿਣਾ, ਬੈਠੇ ਰਹੋ। ਐ ਲੱਗਦਾ ਵੀ ਜਿਵੇਂ ਨਾ ਉਹ ਦੁਕਾਨ ਦੇ ਮੂਹਰੇ ਪਹਿਲਵਾਨ ਜਾ ਬੈਠਾ ਹੁੰਦਾ ਹੱਥ ਜੋੜ ਕੇ। ਠੀਕ ਹੈ ਜੀ। ਉਹਨੂੰ ਕੀ ਕਹਿੰਦੇ ਆ? ਪਤਾ ਨਹੀਂ ਕੀ ਕਹਿੰਦੇ, ਤੁਸੀਂ ਗੱਲ ਸੁਣਾਓ। ਉਹ ਇਹ ਆ ਵੀ ਜਿਹੜਾ ਨਾ ਮੌਨ ਰਹਿਣਾ, ਹਾਂਜੀ, ਇਹ ਕਿਸੇ ਦਾ ਵਡੱਪਣ ਹੋ ਸਕਦਾ, ਕਿਸੇ ਦੀ ਕਮਜ਼ੋਰੀ ਨਹੀਂ। ਮੌਨ ਰਹਿਣਾ, ਚੁੱਪ ਰਹਿਣਾ ਕਿਸੇ ਦੀ ਕਮਜ਼ੋਰੀ ਨਹੀਂ, ਇਹ ਉਹਦਾ ਵਡੱਪਣ ਹੋ ਸਕਦਾ। ਨਹੀਂ ਤਾਂ ਜਿਹੜਾ ਚੁੱਪ ਰਹਿਣਾ ਜਾਣਦਾ ਉਹ ਬਹੁਤ ਕੁਝ ਕਹਿਣਾ ਵੀ ਜਾਣਦਾ। ਵਾਹ ਟਾਣਾ ਸਾਹਿਬ, ਛਾ ਗਏ ਤੁਸੀਂ। ਮਤਲਬ ਕਮਾਲਾਂ ਹੀ ਕਰ ਦਿੱਤੀਆਂ ਨੇ। ਇਹ ਗੱਲ 100% ਦੀ ਸੱਚੀ ਹੈ। ਅਸੀਂ ਕਈ ਵਾਰ ਨਾ ਜਿਹੜਾ ਬੰਦਾ ਚੁੱਪ ਰਹਿੰਦਾ ਹੋਵੇ ਉਹਨੂੰ ਹੋਰ ਜ਼ਿਆਦਾ ਤੰਗ ਕਰਦੇ ਆ। ਉਹ ਸਿਆਣੇ ਐਵੇਂ ਥੋੜੀ ਕਹਿੰਦੇ ਆ ਵੀ ਸ਼ਰਮ ਮਾਰਾ ਮੈਂ ਅੰਦਰ ਵੜਿਆ ਤੇ ਮੂਰਖ ਆਖੇ ਮੈਥੋਂ ਡਰਿਆ। ਜੀ ਬਿਲਕੁਲ ਸਹੀ ਗੱਲ ਹੈ। ਵੈਸੇ ਵੀ ਕਹਿੰਦੇ ਹੁੰਦੇ ਆ ਮੂਰਖਾਂ ਨਾਲ ਜੇ ਮੱਥਾ ਲਾਉਣਾ, ਮੂਰਖਾਂ ਨਾਲ ਜੇ ਬਹਿਸ ਕਰਨੀ ਹੈ ਤਾਂ ਉਹਦੇ ਨਾਲੋਂ ਤੁਸੀਂ ਮਤਲਬ ਉਹਨੂੰ ਉਹਦੇ ਨਾਲ ਤੁਲਨਾ ਕਰਕੇ ਵੇਖੋ ਜਿਵੇਂ ਚੱਕੜ ਦੇ ਵਿੱਚ ਪੱਥਰ ਮਾਰਨਾ ਹੋਵੇ, ਛਿੱਟੇ ਤੁਹਾਡੇ ਉੱਪਰ ਹੀ ਪੈਣਗੇ। ਹੁਣ ਇਹਨੂੰ ਐ ਕਰ ਲੋ, ਇਹ ਵੈਲਡਿੰਗ ਹੋ ਗਏ। ਨਹੀਂ, ਮੈਂ ਮਹੀਨੇ ਦੇ ਇਕੱਠੇ ਹੀ ਜੋੜਦੇ ਆ। ਅੱਛਾ, ਹੁਣ 1 ਮਹੀਨਾ ਤੁਸੀਂ ਮੈਨੂੰ ਲਾਂਭਾ ਨਹੀਂ ਦੇਣਾ ਕਿ ਹੱਥ ਨਹੀਂ ਜੋੜੇ। ਅੱਜ ਮੈਂ ਇਕੱਠੇ ਹੀ ਜੋੜ ਦਿੱਤੇ ਨੇ। ਇਹਨੂੰ ਪ੍ਰਵਾਨ ਕਰਿਓ ਜੀ। ਤੇ ਹੁਣ ਆਪਾਂ ਅਗਲੀ ਗੱਲਬਾਤ ਤੇ ਆਉਂਦੇ ਆ। ਮੈਂ ਇਹ ਕਹਿਣ ਲੱਗੀ ਸੀ ਕਿ ਜਿਹੜਾ ਤੁਸੀਂ ਚੱਜ ਦਾ ਵਿਚਾਰ ਪੇਸ਼ ਕੀਤਾ ਹੈ, ਇਹ 100% ਸੱਚਾ ਤੇ ਅੱਜ ਦੇ ਸੰਦਰਭ ਦੇ ਵਿੱਚ ਸਹੀ ਸਾਬਤ ਹੁੰਦਾ। ਕਿਉਂਕਿ ਕਈ ਵਾਰ ਅਸੀਂ ਜਿਹੜਾ ਬੰਦਾ ਜਿੰਨਾ ਦੱਬਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਬਾਰੇ ਚ ਜੋ ਮਨ ਚ ਆਉਂਦਾ ਉਹ ਕਹਿੰਦੇ ਆ, ਉਹਨੂੰ ਦਬਾਉਨੇ ਆ, ਹਨਾ। ਅਸੀਂ ਉਹਦੀ ਪ੍ਰੀਖਿਆ ਲੈਂਦੇ ਰਹਿੰਦੇ ਆ। ਇੱਕ ਗੱਲ ਹਮੇਸ਼ਾ ਜ਼ਿੰਦਗੀ ਦੇ ਵਿੱਚ ਚੇਤੇ ਰੱਖਣੀ ਚਾਹੀਦੀ ਆ, ਭਾਵੇਂ ਮੈਂ ਆ, ਭਾਵੇਂ ਤੁਸੀਂ, ਤੇ ਭਾਵੇਂ ਕੁੱਲ ਦੁਨੀਆ ਦੇ ਵਿੱਚ ਜਿੱਥੇ ਵੀ ਜਿਹੜਾ ਵੀ ਜ਼ੁਬਾਨ ਨੂੰ ਸਮਝਦਾ ਵੀ ਕੰਧ ਦੇ ਵਿੱਚ ਜਿੰਨੀ ਤੇਜ਼ ਗਤੀ ਨਾਲ ਗੇਂਦ ਮਾਰੋਗੇ ਵਾਪਸ ਓਨੀ ਗਤੀ ਦੇ ਵਿੱਚ ਆਊਗੀ। ਸਪਰਿੰਗ ਨੂੰ ਜਿੰਨਾ ਨੱਪ ਕੇ ਰੱਖੋਗੇ ਉਹਨਾਂ ਤੜ ਦੇ ਨਾਲ ਉੱਤੇ ਆਊਗਾ। ਖੂਹ ਦੇ ਵਿੱਚ ਜਿਵੇਂ ਆਵਾਜ਼ ਮਾਰੋਗੇ ਉਹੋ ਜੀ ਆਵਾਜ਼ ਬਾਹਰ ਆਊਗੀ। ਤੁਸੀਂ ਜਿਹਦੇ ਬਾਬਤ ਜਿਹੋ ਜਿਹੇ ਖਿਆਲ ਰੱਖੋਗੇ, ਇਹ ਕੁਦਰਤ ਦਾ ਇੱਕ ਦਸਤੂਰ ਆ, ਇਹ ਫਿਤਰਤ ਆ ਕੁਦਰਤ ਦੀ। ਇਹ ਇੱਕ ਕੁਦਰਤੀ ਤੌਰ ਦੇ ਉੱਤੇ ਸਿਧਾਂਤ ਕਹਿ ਲਈਏ ਵੀ ਜਿਹੋ ਜਿਹਾ ਤੁਸੀਂ ਕਿਸੇ ਬਾਰੇ ਸੋਚਦੇ ਆ ਨਾ,
ਅੱਗੋਂ ਤੁਹਾਨੂੰ ਉਹੋ ਜਿਹਾ ਹੀ ਮੋੜਵਾ ਮਿਲਦਾ। ਕਦੇ ਕਿਸੇ ਨੂੰ ਪਿਆਰ ਨਾਲ ਗੱਫਾ ਦੇ ਕੇ ਤਾਂ ਦੇਖੋ, ਬੰਦਾ ਦੁੱਗਣੇ ਗੱਫੇ ਦੇ ਨਾਲ ਨਵਾਜ਼ਦਾ ਜੀ। ਇਹ ਨਾ ਵਾਈਬਸ ਹੁੰਦੀਆਂ ਨੇ ਤੁਹਾਡੀਆਂ, ਇਹ ਤੁਹਾਡੇ ਅੰਦਰੋਂ ਨਿਕਲੀਆਂ ਹੋਈਆਂ ਕਹਿ ਲਓ ਊਰਜਾ ਜਿਹੜੀ ਹੈ ਉਹ ਹੁੰਦੀ ਹੈ ਕਿ ਤੁਸੀਂ ਜੇਕਰ ਕਿਸੇ ਬੰਦੇ ਦੇ ਬਾਰੇ ਨਕਾਰਾਤਮਕ ਸੋਚਦੇ ਹੋ, ਜੇਕਰ ਤੁਹਾਡੇ ਮਨ ਦੇ ਵਿੱਚ ਨਕਾਰਾਤਮਕ ਵਿਚਾਰ ਨੇ ਕਿਸੇ ਨੂੰ ਲੈ ਕੇ, ਤੇ ਫਿਰ ਅਗਲੇ ਬੰਦੇ ਤੋਂ ਵੀ ਤੁਸੀਂ ਪੋਜ਼ਿਟਿਵਿਟੀ ਦੀ, ਸਕਾਰਾਤਮਕਤਾ ਦੀ ਆਸ ਨਾ ਕਰੋ, ਕਿਉਂਕਿ ਉਹ ਵੀ ਫਿਰ ਤੁਹਾਡੇ ਨਾਲ ਉਦਾਂ ਹੀ ਆਉਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਵਾਈਬਸ ਹੁੰਦੀਆਂ ਇਹ, ਵਾਈਬਸ ਆਹ ਹੀ ਹੁੰਦੀਆਂ। ਹਾਂ ਮੈਂ ਕਿਹਾ ਪਤਾ ਨਹੀਂ ਕਿਹੜੀਆਂ ਵਾਈਬਸ ਹੁੰਦੀਆਂ ਇਹ। ਨਹੀਂ, ਉਹ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਕਿ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਹਾਂ, ਹਰੇਕ ਜੋ ਵੀ ਤੁਸੀਂ ਕਰਦੇ ਹੋ ਉਹਦਾ ਉਹਦੇ ਬਰਾਬਰ ਦਾ ਆਪੋਜ਼ਿਟ, ਉਹਦੇ ਐਵਰੀ ਇਕੁਅਲ ਵਾਈਬਸ ਹੁੰਦੀਆਂ ਇਹ ਜੀ, ਹੁੰਦੀਆਂ ਨੇ। ਮੈਂ ਗਲਤ ਕਹੀ ਜਾਣਾ, ਤੁਸੀਂ ਸਿਆਣੇ ਬਣੋ, ਧਿਆਨ ਦਿਆ ਕਰੋ। ਤੁਸੀਂ ਵਾਈਬਸ ਆਖਿਆ, ਮੈਂ ਵਾਈਬਸ ਕਹੀ ਜਾਣਾ। ਉਹ ਨਹੀਂ ਵਾਈਬਸ ਵਾਈਬਸ। ਹਾਂ ਡਾਣਾ ਸਾਹਿਬ, ਹੁਣ ਮੇਰੇ ਵਾਲੇ ਚਾਈ ਦੇ ਵਿਚਾਰ ਤੇ ਆਈਏ। ਹਾਲੇ ਰਹਿੰਦਾ ਜੀ। ਫੇਰ ਮੇਰੀ ਬੇਨਤੀ ਇਹ ਆ ਵੀ ਕਿਸੇ ਬਈ ਚੁੰਨੀ ਕਿਸੇ ਨੇ ਕੁੱਟੀ ਜਾਣੀ ਆ। ਮੈਂ ਨਹੀਂ ਚਾਹੁੰਦਾ ਦੀਵਾਲੀ ਤੋਂ ਪਹਿਲਾਂ ਤੁਹਾਡਾ ਕੋਈ ਨੁਕਸਾਨ ਹੋਵੇ। ਅੱਛਾ, ਉਹ ਤੋਂ ਬਾਅਦ ਹੋ ਜਾਏ ਭਾਵੇਂ। ਇਹ ਕੈਸੀ ਗੱਲ ਕੀਤੀ ਹੈ? ਚੱਜ ਦਾ ਵਿਚਾਰ ਆਉਣ ਦੇ। ਚੱਜ ਦਾ ਵਿਚਾਰ ਜਿਹੜਾ ਮੈਂ ਲੈ ਕੇ ਆਈ ਆ, ਕਹਿੰਦੇ ਹੰਕਾਰ ਜਿਹੜਾ ਹੈ, ਹੰਕਾਰਿਆ ਸੋ ਮਾਰਿਆ। ਤੁਸੀਂ ਦੱਸ ਲਓ, ਮੈਂ ਰਹਿਣ ਦਿੰਦੀ ਆ। ਹਾਂ, ਹੰਕਾਰ ਜਿਹੜਾ ਹੁੰਦਾ ਹੈ, ਹੰਕਾਰ ਉਸੇ ਇਨਸਾਨ ਦੇ ਵਿੱਚ ਆਉਂਦਾ ਜੀ ਜਿਹਨੇ ਬਿਨਾਂ ਮਿਹਨਤ ਦੇ ਸਭ ਕੁਝ ਪਾ ਲਿਆ ਹੋਵੇ। ਨਹੀਂ ਤਾਂ ਮਿਹਨਤ ਕਰਕੇ, ਸੰਘਰਸ਼ ਕਰਕੇ ਕਿਸੇ ਮੁਕਾਮ ਦੇ ਉੱਪਰ ਪਹੁੰਚੇ ਹੋਏ ਬੰਦੇ ਦੀ ਕਦਰ, ਉਹਦੀ ਮਿਹਨਤ ਦੀ ਕਦਰ ਉਹੀ ਇਨਸਾਨ ਕਰ ਸਕਦਾ ਜਿਹਨੇ ਆਪਨੇ ਸੰਘਰਸ਼ ਕੀਤਾ ਹੋਵੇ। ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਜਿਹੜੇ ਬੰਦੇ ਦਾ ਜੁਗਾੜ ਲੱਗ ਗਿਆ ਨਾ, ਬੈਠੇ ਬੈਠੇ ਹੀ ਜਿਹਦਾ ਸੂਤ ਲੱਗ ਗਿਆ, ਉਹਨੂੰ ਤਾਂ ਪਤਾ ਹੀ ਨਹੀਂਗਾ ਵੀ ਭਾਈ ਬੁੜਕਾ ਕੀ ਹੁੰਦਾ, ਮਿਹਨਤ ਕੀ ਹੁੰਦੀ ਹੈ, ਮਿਹਨਤ ਕਰਨ ਵਾਲੇ ਦੀ ਕਦਰ ਕੀ ਹੁੰਦੀ ਹੈ। ਤੇ ਕਈ ਬੰਦੇ ਨਾ ਟੰਗ ਬੜੀ ਫਸਾਉਂਦੇ ਆ। ਚੰਗਾ ਭਲਾ ਕੰਮ ਹੁੰਦਾ, ਫਿਰ ਵੀ ਆਹ ਲੱਤ ਆ ਨਾ ਜਿਹੜੀ, ਇਹ ਤਾਂ ਇਸ ਗੱਲ ਵਾਸਤੇ ਮਹਾਰਾਜ ਨੇ ਲਾਈ ਵੀ ਵਿੱਚ ਫਸਾਉਣੀ ਹੈ। ਐ ਨਹੀਂ ਕਰਨਾ ਚਾਹੀਦਾ ਜੀ। ਬਿਲਕੁਲ, ਆਪਣੀ ਵੀ ਮਿਹਨਤ ਦੇ ਨਾਲ ਕਿਸੇ ਮੁਕਾਮ ਦੇ ਉੱਪਰ ਤੁਸੀਂ ਪਹੁੰਚੋ ਤੇ ਅਗਲੇ ਦੀ ਮਿਹਨਤ ਦੀ ਵੀ ਕਦਰ ਕਰਨੀ ਚਾਹੀਦੀ ਹੈ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਭੂਤ ਹੁੰਦੇ ਆ ਜਾਂ ਭੂਤ ਹੁੰਦੀ ਆ? ਭੂਤ ਤਾਂ ਮਤਲਬ ਇਹ ਹੁੰਦੀ ਨਹੀਂ ਹੁੰਦੀ, ਨਹੀਂ ਇਹ ਭੂਤ ਹੁੰਦਾ ਤੇ ਉਹਦੀ ਵਹੁਟੀ ਭੂਤਨੀ। ਹਾਂ, ਮੇਲ ਵਰਜਨ ਆ ਭੂਤ। ਅੱਛਾ, ਤੇ ਉਹਦੀ ਜਿਹੜਾ ਫੀਮੇਲ ਵਰਜਨ ਉਹ ਭੂਤਨੀ ਹੁੰਦੀ। ਭੂਤਨੀ ਹੁੰਦੀ ਆ ਜੀ। ਚਲੋ ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਕਰਦੀਗੀ ਜਿਹਦੇ ਕਰਕੇ ਕਿਸੇ ਦੇ ਮਾਣ ਨੂੰ ਸੱਟ ਵੱਜੇ। ਬਿਲਕੁਲ ਸਹੀ ਗੱਲ ਹੈ। ਮੈਂ ਹੈਰਾਨ ਹੋ ਗਿਆ। ਵੈਸੇ ਤਾਂ ਭੂਤਾਂ ਭਾਤਾਂ 'ਚ ਮੈਂ ਯਕੀਨ ਨਹੀਂ ਕਰਦਾ, ਮੈਂ ਵੀ ਨਹੀਂ ਯਕੀਨ, ਚੜੇਲਾਂ 'ਚ ਕੋਈ ਯਕੀਨ ਨਹੀਂ ਕਰਦਾ। ਲੋਕ ਕਈ ਵਾਰੀ ਮਿਲ ਜਾਂਦੇ ਇਦਾਂ ਦੇ, ਪਰ ਵੈਸੇ ਚੜੇਲਾਂ ਭੂਤਾਂ ਅੱਜ ਕੱਲ ਹੁੰਦੀਆਂ ਨਹੀਂ। ਜਿਵੇਂ ਮੈਂ ਕਿਤੇ ਲਿਖਿਆ ਪੜਿਆ ਸੀ, ਟਾਣਾ ਸਾਹਿਬ ਕਹਿੰਦੇ ਅੱਜ ਕੱਲ ਤਾਂ ਭੂਤ ਚੜੇਲਾਂ ਨੇ ਵੀ ਆਉਣੋਂ ਛੱਡ ਦਿੱਤਾ। ਉਹ ਕਹਿੰਦੇ ਵੀ ਇਨਸਾਨ ਸਾਡੇ ਨਾਲ ਜ਼ਿਆਦਾ ਭੈੜੇ। ਉਹ ਅੱਗੇ ਕਹਿੰਦੇ ਹੁੰਦੇ ਸੀ ਬਜ਼ੁਰਗ ਵੀ ਭਾਈ ਰਾਤ ਨੂੰ 12 ਵਜੇ ਤੋਂ ਬਾਅਦ ਭੂਤਾਂ ਚੜੇਲਾਂ ਆਉਂਦੀਆਂ, ਪਰ ਹੁਣ ਜਦੋਂ ਤੋਂ WhatsApp ਤੇ Facebook ਆ ਗਿਆ, ਕਿਉਂਕਿ 2-2 ਵਜੇ ਤੱਕ ਤਾਂ ਵੈਸੇ ਲੋਕ ਜਾਗਦੇ ਰਹਿੰਦੇ ਆ ਜੀ। ਤੜਕੇ ਨੂੰ ਉੱਠ ਕੇ ਬਜ਼ੁਰਗ ਜਿਹੜੇ ਕੰਮਕਾਜ ਕਰਨ ਲੱਗ ਜਾਂਦੇ ਆ, ਤੇ ਇਸ ਕਰਕੇ ਭਾਈ ਉਹਨਾਂ ਦਾ ਕੋਈ ਵਕਤ ਨਹੀਂ ਲੱਗਦਾ ਹੁਣ। ਤੇ ਭੂਤਾਂ ਦੇ ਉੱਤੇ ਕੋਈ ਯਕੀਨ ਨਹੀਂ ਕਰਨਾ। ਐਵੇਂ ਨਿੱਕੇ ਹੁੰਦੇ ਡਰੀ ਗਏ ਵੀ ਹਨੇਰੇ 'ਚ ਨਹੀਂ ਜਾਣਾ। ਸਾਡੀਆਂ ਸਰਕਾਰਾਂ ਨੇ ਸਾਡਾ ਭਵਿੱਖ ਹਨੇਰਾ ਕਰਤਾ ਸੀ, ਮਰ ਥੋੜੀ ਗਏ ਆ, ਜਿਉਣੇ ਆ ਨਾ, ਹਾਲਾਤ ਨਾਲ ਮੱਥਾ ਲਾਇਆ ਨਾ। ਸੋ ਜਿਹੜੀ ਨਾ ਇੱਕ ਨਵੀਂ ਖਬਰ ਆਈ ਆ, ਉਹ ਇਹ ਆ ਵੀ ਇੰਗਲੈਂਡ ਦੇ ਵਿੱਚ ਇੱਕ ਬੀਬੀ ਆ। ਅੱਛਾ। ਉਹਦੀ ਭੂਤ ਨਾਲ ਮਿੱਤਰਤਾ ਹੈ, ਭੂਤ ਦੇ ਨਾਲ ਦੋਸਤੀ, ਅੱਛਾ, ਮੁਹੱਬਤ ਦੀ ਸਾਂਝ, ਗਿਟੂ ਗਿਟੂ ਵਾਲੀ। ਹਾਂ, ਤੂੰ ਮੇਰੇ ਦਿਲ ਦੀ ਰਾਣੀ ਬਣ ਜਾ, ਮੈਂ ਤੇਰਾ ਰਾਜਾ ਨਹੀਂ, ਉੱਥੇ ਇਹ ਸਾਂਝ ਚੱਲ ਪਈ। ਅੱਛਾ, ਬਿਲਕੁਲ। ਉਹ ਵੀ ਪੰਜਾਬੀ ਗਾਣੇ ਸੁਣਦੇ ਨੇ? ਉਹ ਮੇਰੀ ਗੱਲ ਪੂਰੀ ਨਹੀਂ ਹੋਈ ਹਲੇ, ਗੱਲ ਨੂੰ ਪਹਿਲਾਂ ਪੂਰੀ ਹੋ ਲੈਣ ਦਿਓ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੀ ਮਹਾਰਾਜ ਨੇ ਆਹ ਲੱਤ ਦਿੱਤੀ ਹੈ ਵਿੱਚ ਨਹੀਂ ਫਸਾਉਣੀ, ਠੀਕ ਆ। ਉਹ ਇਹ ਆ ਵੀ ਇੰਗਲੈਂਡ ਦੇ ਵਿੱਚ ਇੱਕ ਬੀਬੀ, ਕਿਉਂਕਿ ਇੰਗਲੈਂਡ ਵਾਲਿਆਂ ਦਾ, ਬਾਹਰਲੇ ਗੋਰਿਆਂ ਦਾ, ਉਹਨਾਂ ਦਾ ਵੱਖਰਾ ਮਿਜ਼ਾਜ, ਵੱਖਰਾ ਹੀ ਸੰਸਾਰ ਹੁੰਦਾ। ਲਓ ਜੀ, ਉਹਨੇ ਇੱਕ ਬੀਬੀ ਨੇ ਨਾ 2019 ਦੇ ਵਿੱਚ ਇੰਟਰਵਿਊ ਦਿੱਤੀ ਜੀ। ਕਹਿੰਦੀ ਵੀ ਇੱਕ ਮੈਂ ਭੂਤ ਦੇ ਸੰਪਰਕ ਦੇ ਵਿੱਚ ਆ, ਉਹਦੇ ਨਾਲ ਮੇਰਾ ਅੱਜ ਕੱਲ ਇਸ਼ਕ ਪੇਚਾ ਚੱਲਦਾ। ਉਹ ਮੇਰੇ ਕੋਲੇ ਆਉਂਦਾ ਤੇ ਮੈਂ ਉਹਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਆ, ਭੂਤ ਦੇ ਬੱਚੇ ਦੀ ਮਾਂ। ਅੱਛਾ। ਉਹਨੇ ਹੁਣ ਇੱਕ ਨਵੀਂ ਇੰਟਰਵਿਊ ਦਿੱਤੀ ਆ, ਕਹਿੰਦੀ ਵੀ ਮੇਰੇ ਭੂਤ ਦੇ ਨਾਲ ਬ੍ਰੇਕਅਪ ਹੋ ਗਿਆ, ਭੂਤ ਦੀਆਂ ਆਦਤਾਂ ਨਹੀਂ ਸੀ ਠੀਕ। ਉਹ ਜਦੋਂ ਮਰਜ਼ੀ ਆਪਦੇ ਦੋਸਤਾਂ ਨੂੰ ਲੈ ਕੇ ਸਾਡੇ ਘਰੇ ਆ ਜਾਂਦਾ ਸੀ, ਦਾਰੂ ਸ਼ਾਰੂ ਪੀਂਦੇ ਸੀ, ਐਵੇਂ ਡਾਂਸ ਪਾਰਟੀਆਂ ਕਰਦੇ ਸੀ, ਤੇ ਮੇਰੀਆਂ ਉਹਦੇ ਨਾਲ ਆਦਤਾਂ ਨਹੀਂ ਮੈਚ ਕੀਤੀਆਂ, ਮੇਲ ਨਹੀਂ ਹੋਇਆ, ਇਸ ਕਰਕੇ ਉਹਦੇ ਰਾਹ ਵੱਖਰੇ ਤੇ ਮੇਰੇ ਰਾਹ ਵੱਖਰੇ। ਤੇ ਕਹਿੰਦੀ ਮੈਨੂੰ ਹੁਣ ਇਉਂ ਲੱਗਦਾ ਵੀ ਉਹ ਰਿਲੇਸ਼ਨਸ਼ਿਪ ਦੇ ਵਿੱਚ ਸੱਚਾ ਨਹੀਂ ਸੀਗਾ, ਉਹਦੇ ਕਿਸੇ ਹੋਰ ਦੇ ਨਾਲ ਸੰਬੰਧ ਬਣ ਗਏ। ਇਹ ਬੀਬੀ ਠੀਕ ਆ? ਬੀਬੀ ਠੀਕ ਆ, ਪਰ ਉਹਨੇ ਜਿਹੜੇ ਟੀਵੀ ਚੈਨਲ ਤੇ ਪਹਿਲਾਂ ਇੰਟਰਵਿਊ ਦਿੱਤੀ ਸੀ, ਉਹਦੇ ਤੇ ਹੁਣ ਵੀ ਦਿੱਤੀ ਆ। ਉਹ ਕਹਿੰਦੀ ਅੱਜ ਕੱਲ ਮੈਨੂੰ ਦਵਿੰਦਰ ਕੋਹੇਨੂਰ ਦੇ ਗਾਣੇ ਚੰਗੇ ਲੱਗਦੇ ਆ, ਭੂਤ ਵਰਗਾ ਸੱਜਣਾ ਵੇ ਮੇਰੇ ਦਿਲ ਦੇ ਉੱਤੇ ਸੱਟ ਮਾਰ ਗਿਆ। ਦਵਿੰਦਰ ਕੋਹੇਨੂਰ ਉਹ ਸੁਣਦੀ ਹੈ? ਨਹੀਂ, ਮਰਜ਼ੀ ਅਗਲੀ ਦੀ, ਅਨੁਵਾਦ ਕਰ ਕਰਕੇ ਜੋ ਮਰਜ਼ੀ ਸੁਣੇ, ਧਰਮਪ੍ਰੀਤ ਸੁਣੇ,
ਰਣਜੀਤ ਮਣੀ ਸੁਣੇ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਟਾਣਾ ਸਾਹਿਬ ਮੈਨੂੰ ਲੱਗਦਾ ਉਹਦੀ ਭਾਵੇਂ ਉਹ ਇਹ ਸੁਣੇ ਦੁਰਗੇ ਰੰਗੀਲੇ ਦਾ ਗਾਣਾ, ਸਾਡੀ ਪਿੱਠ ਤੇ ਜਿੱਦੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ। ਤੁਸੀਂ ਠੀਕ ਹੋ? ਕਿਉਂ? ਮੈਨੂੰ ਲੱਗਦਾ ਉਹਦੀ ਗੱਲ ਸੁਣਾਉਂਦੇ ਸੁਣਾਉਂਦੇ ਤੁਹਾਨੂੰ ਕੁਝ ਹੋ ਗਿਆ। ਮੈਨੂੰ ਕੀ ਹੋ ਗਿਆ? ਟਾਣਾ ਸਾਹਿਬ ਅਗਲੀ ਅੰਗਰੇਜ਼ੀ ਗਾਣੇ ਸੁਣਦੀ ਹੋਊਗੀ। ਫਿਰ ਕੀ ਹੋ ਗਿਆ? ਉਹਨੂੰ ਕੀ ਪਤਾ ਦੁਰਗਾ ਰੰਗੀਲਾ ਕੌਣ? ਡੂ ਯੂ ਲਵ ਮੀ, ਹੁਣ ਆ ਸੁਣੇ ਉਹ। ਨਹੀਂ ਨਹੀਂ ਨਹੀਂ, ਉਹ ਸੈਡ Song ਸੁਣਦੀ। ਹਾਂ, ਇਹ ਫਿਰ ਉਵੇਂ ਕਹ ਲੋ, ਚੀ ਚੀ ਡੂ ਯੂ ਯੂ ਡੋਂਟ ਲਵ ਮੀ। ਹਾਂ, ਮਤਲਬ ਇਹ ਆ ਵੀ ਉੱਥੋਂ ਦੀਆਂ ਬੀਬੀਆਂ ਆ ਕੁਛ ਕਰਦੀਆਂ ਕਈ ਜੀ। ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਇਹ ਨਾ ਅਸਲ ਦੇ ਵਿੱਚ ਤੁਹਾਡੀ ਸੋਚ ਦੇ ਉੱਪਰ ਨਿਰਭਰ ਕਰਦੀ ਚੀਜ਼ ਹੈ। ਜੇ ਤੁਸੀਂ ਇਕੱਲੇ ਬੈਠੇ ਸੋਚ ਜਾਓਗੇ ਤੁਹਾਡੇ ਆਲੇ ਦੁਆਲੇ ਕੋਈ ਹੈ ਕੋਈ ਹੈ ਕੋਈ ਹੈ ਕੋਈ ਹੈ, ਤਾਂ ਵਾਕਈ ਤੁਹਾਨੂੰ ਲੱਗੂਗਾ ਕਿ ਕੋਈ ਹੈ, ਹਨਾ। ਇਹ ਅਸਲ 'ਚ ਮੈਨੂੰ ਤਾਂ ਲੱਗਦਾ ਵੀ ਤੁਹਾਡੀ ਮਾਨਸਿਕਤਾ ਦੇ ਉੱਪਰ ਸਾਰੀ ਗੱਲ ਜਿਹੜੀ ਆ ਉਹ ਨਿਰਭਰ ਕਰਦੀ ਹੈ। ਇਹ ਸੱਚਾਈ ਕੁਛ ਨਹੀਂ ਹੁੰਦੀ। ਨਹੀਂ ਹੈ ਹੀ ਨਹੀਂ ਸੱਚਾਈ, ਕਿੱਥੇ ਭੂਤ ਭਾਤ, ਹੱਦ ਹੋ ਗਈ। ਕੋਈ ਭੂਤਾਂ ਭਾਤਾਂ ਨਹੀਂ ਆ, ਆਪਦਾ ਬੜਾ ਬੇਬਾਕ ਹੋ ਕੇ ਜਿਉਵੋ, ਨਿਡਰ ਹੋ ਕੇ ਜਿਉਵੋ, ਕੋਈ ਐਡੀ ਗੱਲ ਹੈ ਨਹੀਂ। ਜੇ ਤੁਸੀਂ ਇਨਸਾਨਾਂ ਤੋਂ ਬਚ ਸਕਦੇ ਹੋ, ਇਨਸਾਨਾਂ ਨਾਲ ਮੱਥਾ ਲਾ ਸਕਦੇ ਹੋ, ਤਾਂ ਭੂਤ ਤਾਂ ਫਿਰ ਵੀ ਬਹੁਤ ਦੂਰ ਦੀ ਗੱਲ। ਉਹ ਤਾਂ ਅਸੀਂ ਹੁਣ ਪੰਜਾਬੀ ਨਿਆਣੇ ਆ ਜਿਹੜੇ, ਅਸੀਂ ਨਿਆਣਿਆਂ ਦੇ ਮਨ ਦੇ ਵਿੱਚ ਗੱਲਾਂ ਹੀ ਇਹੋ ਜਿਹੀਆਂ ਪਾ ਦਿੰਦੇ, ਮਾਊ ਆਜੂ। ਆ ਮਾਊ ਨਹੀਂ ਲੱਭਿਆ, ਮੈਨੂੰ ਅੱਧੀ ਉਮਰ ਲੰਘ ਗਈ। ਹੁਣ ਨਿੱਕੇ ਹੁੰਦੇ ਨੂੰ ਮੈਨੂੰ ਵੀ ਬੇਬਾ ਬਾਪੂ ਡਰਾਉਂਦੇ ਰਹੇ ਆ, ਪੁੱਤ ਉਧਰ ਨਾ ਜਾਈ, ਮਾਊ ਆਜੂ। ਉਹ ਤਾਂ ਇਸ ਕਰਕੇ ਕਹਿੰਦੇ ਸੀ ਵੀ ਮੈਂ ਪਰਲੇ ਪਾਸੇ ਨਾ ਜਾਵਾਂ, ਕੱਚਾ ਘਰ ਹੈਗਾ, ਵੀ ਕਿਤੇ ਉਧਰੋਂ ਕੋਈ ਚੀਜ਼ ਨਿਕਲ ਕੇ ਲੜ ਲੁੜ ਨਾ ਜਾਵੇ ਨਿਆਣੇ ਦੇ। ਮਾਊ ਦੇ ਡਰ ਤੋਂ ਬਿਨਾਂ ਮੈਂ ਸਮਝਦਾ ਨਹੀਂ ਸੀ। ਨਾ ਕੋਕੋ ਲੱਭੀ ਨਾ ਮਾਊ ਲੱਭਿਆ। ਹਾਂ, ਪਰ ਮੈਨੂੰ ਇੱਕ ਗੱਲ ਚੇਤੇ ਆ ਗਈ। ਇੱਕ ਬੰਦਾ ਦੂਜੇ ਨੂੰ ਦੱਸੇ, ਕਹਿੰਦਾ ਭਰਾਵਾ ਰਾਤ ਦੇ 2 ਵਜੇ ਤੇ ਮੈਂ ਗਿਆ ਗੁਸਲਖਾਨੇ 'ਚ, ਮੈਂ ਕਰਨਾ ਸੀ ਪਿਸ਼ਾਬ, ਬਾਥਰੂਮ ਜਾਣਾ ਸੀ। ਕਹਿੰਦਾ ਮੈਂ ਦੇਖਿਆ ਉਧਰ ਜਾ ਕੇ ਤੇ ਅੰਦਰ ਭੂਤ। ਤੇ ਕਹਿੰਦਾ ਫੇਰ? ਕਹਿੰਦਾ ਮੈਂ ਪਿਛਾਂਹ ਨੂੰ ਮੁੜਿਆ ਆ। ਮੈਂ ਕਿਹਾ ਭਾਈ ਸਾਹਿਬ ਤੁਸੀਂ ਕਰ ਲਓ, ਮੇਰਾ ਤਾਂ ਵਿੱਚ ਹੀ ਨਿਕਲ ਗਿਆ। ਟਾਣਾ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ, ਤੇ ਉਸ ਤੋਂ ਬਾਅਦ ਵਿੱਚ ਜੋ ਜੋ ਸਿੱਟੇ ਨਿਕਲ ਕੇ ਸਾਹਮਣੇ ਆ ਰਹੇ ਨੇ, ਜੋ ਜੋ ਕਹਿ ਲੋ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ, ਉਹਦੇ ਬਾਰੇ ਚ ਬਾਤ ਪਾਉਨੇ ਆ। ਹੁਣ ਤਾਂ ਕਹਿੰਦੇ ਮੁਹੰਮਦ ਸਦੀਕ ਹੋਰੀ ਤੇ ਉਧਰ ਵਿਜੇ ਸਾਂਪਲਾ ਹੋਰੀ ਦੋਵਾਂ ਦਾ ਘਿਰਾਓ ਕੀਤਾ ਗਿਆ ਲੋਕਾਂ ਦੇ। ਬਿਲਕੁਲ ਜੀ, ਕੱਲੇ ਵਿਜੇ ਸਾਂਪਲਾ ਹੋਰਾਂ ਦਾ ਤੇ ਮੁਹੰਮਦ ਸਦੀਕ ਦਾ ਹੀ ਨਹੀਂ, ਬਹੁਤ ਸਾਰੇ ਨੇਤਾਵਾਂ ਦਾ ਪੰਜਾਬ ਦੇ ਵਿੱਚ ਇਸ ਵਕਤ ਸਿਖਰ ਦੇ ਉੱਤੇ ਵਿਰੋਧ ਚੱਲ ਰਿਹਾ ਜੀ। ਹੁਣ ਗੁਰੂਸਰ ਪਿੰਡ ਆ ਗਿੱਦੜਬਾਹੇ ਦੇ ਕੋਲ, ਉਸ ਪਿੰਡ ਦੇ ਵਿੱਚ ਕੱਲੇ ਕੱਲੇ ਬੂਹੇ ਦੇ ਉੱਤੇ ਲਿਖਿਆ ਹੋਇਆ, ਬਾਹਰਲੇ ਤਖਤੇ ਦੇ ਉੱਤੇ ਲਿਖਿਆ ਹੋਇਆ ਦਰਵਾਜ਼ੇ ਤੇ, ਵੀ ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਨੀ ਦੇਰ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨੇਤਾ ਸਾਡੇ ਪਿੰਡ ਦੇ ਵਿੱਚ ਵੜਨ ਦੀ ਖੇਚਲ ਨਾ ਕਰੇ। ਇਸ ਦੇ ਬਾਵਜੂਦ ਪਿਛਲੇ ਦਿਨੀ ਰਾਜਾ ਵੜਿੰਗ ਹੋਰੀ ਇਸ ਪਿੰਡ ਦੇ ਵਿੱਚ ਚਲੇ ਗਏ, ਪਰ ਉਹਨਾਂ ਦਾ ਲੋਕਾਂ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ ਤੇ ਪੁਲਿਸ ਨੇ ਇਸ ਤੋਂ ਬਾਅਦ ਮਾਮਲੇ ਨੂੰ ਠਾਰਿਆ। ਹੁਣ ਮੁਹੰਮਦ ਸਦੀਕ ਹੋਰੀਆਂ ਜਿਹੜੇ ਉਹ ਜਾ ਰਹੇ ਸੀਗੇ ਇੱਕ ਪਿੰਡ ਦੇ ਵੱਲ, ਉਹਨਾਂ ਨੇ ਕਿਸੇ ਦੇ ਭੋਗ ਦੇ ਉੱਤੇ ਜਾਣਾ ਸੀ, ਮਰਗ ਦੇ ਉੱਤੇ, ਤੇ ਲਓ ਜੀ ਉਹਨਾਂ ਦਾ ਉੱਥੇ ਕਿਸਾਨਾਂ ਨੇ ਘਿਰਾਓ ਕਰ ਲਿਆ। ਤੇ ਸਦੀਕ ਹੋਰਾਂ ਨੇ ਬਹੁਤ ਸਮਝਾਇਆ ਵੀ ਭਾਈ ਮੈਂ ਤਾਂ, ਮੇਰਾ ਮੋਢਾ ਉਤਰ ਜਾਂਦਾ ਹੁੰਦਾ, ਮੇਰਾ ਮੋਢਾ ਨਹੀਂ ਠੀਕ। ਉਹ ਕਹਿੰਦੇ ਵੀ ਤੇਲ ਮਲ ਦਿੰਦੇ ਆ, ਤੇ ਉਹਨਾਂ ਨੇ ਬਹੁਤ ਕੁਝ ਏਦਾਂ ਦੀ ਗੱਲ ਕਹੀ, ਪਰ ਉਹ ਕਹਿੰਦੇ ਵੀ ਮੈਂ ਹੁਣ ਨਾ ਵਿਧਾਨ ਸਭਾ ਦਾ ਮੈਂਬਰ ਨਹੀਂਗਾ, ਮੈਂ ਹੈਗਾ ਸੰਸਦ ਮੈਂਬਰ, ਇਸ ਕਰਕੇ ਭਾਈ ਵੀ ਮੈਂ ਇੱਥੋਂ ਦੇ ਮੁੱਦਿਆਂ ਦੇ ਵਿੱਚ ਕੀ ਦਖਲ ਦੇਵਾਂ। ਉਹ ਕਹਿੰਦੇ ਕਿਸਾਨ ਵੀ ਭਾਈ ਤੁਸੀਂ ਇਹ ਦੱਸੋ ਵੀ ਜੋ ਇਸ ਵਕਤ ਧਰਨਿਆਂ ਦੇ ਉੱਤੇ ਕਿਸਾਨਾਂ ਦੀ ਮੌਤ ਹੋ ਰਹੀ ਆ, ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ ਵੀ ਮੈਂ ਦੱਸੂਗਾ, ਪੁੱਛ ਕੇ ਦੱਸੂਗਾ, ਮੈਂ ਉਸ ਤੋਂ ਪਹਿਲਾਂ ਕੁਛ ਨਹੀਂ ਦੱਸਣਾ। ਹਾਂ, ਉਹ ਕਹਿੰਦੇ ਵੀ ਐ ਨਹੀਂ ਅਸੀਂ ਜਾਣ ਦਿੰਦੇਗੇ, ਇਹ ਕੋਈ ਗੱਲ ਨਹੀਂ ਹੁੰਦੀ ਵੀ ਜੇ ਤੁਹਾਡਾ ਮੋਢਾ ਉਤਰਿਆ ਵਿਆ, ਤੁਸੀਂ ਨਹੀਂ ਜਾ ਸਕੇ ਐਤਕੀ ਲੋਕ ਸਭਾ ਦੇ ਵਿੱਚ, ਆਓ ਤੁਹਾਡੇ ਇੱਥੇ ਰੀਠੇ ਦਾ ਤੇਲ ਮਲ ਦਿੰਦੇ ਆ, ਆਓ ਤੁਹਾਡੇ ਇੱਥੇ ਕੋਈ ਹੋਰ ਜਿਹੜੀ ਸਮੱਸਿਆ ਠੀਕ ਕਰ ਦਿੰਦੇ ਆ। ਮੈਂ ਠੀਕ ਆ, ਕੋਈ ਸਮੱਸਿਆ ਨਹੀਂ, ਮੈਂ ਠੀਕ ਆ। ਗੱਲ ਇਹ ਹੈ ਟਾਣਾ ਸਾਹਿਬ ਕਿ ਇਹ ਨਾ ਮੈਨੂੰ ਇੱਕ ਤਰੀਕੇ ਨਾਲ, ਕਿਉਂਕਿ ਜਦੋਂ ਵੀ ਕੋਈ ਅੰਦੋਲਨ ਜਿਹੜਾ ਉਹ ਜ਼ਿਆਦਾ ਸਮੇਂ ਤੱਕ ਚੱਲਦਾ ਹੈ ਤੇ ਫਿਰ ਆਪਾਂ ਜਾਣਦੇ ਹਾਂ ਕਿ ਉਹਦੇ ਵਿੱਚ ਬਹੁਤ ਤਰ੍ਹਾਂ ਦੀ ਘੁਸਪੈਠ ਹੋ ਜਾਂਦੀ ਹੈ, ਤੇ ਕਦੋਂ ਅੰਦੋਲਨ ਖਤਮ ਹੋ ਜਾਂਦਾ ਹੈ, ਕਦੋਂ ਲੀਰੋ ਲੀਰ ਹੋ ਜਾਂਦਾ ਹੈ, ਪਤਾ ਨਹੀਂ ਲੱਗਦਾ। ਪਰ ਇੱਕ ਚੀਜ਼ ਦੀ ਤਸੱਲੀ ਹੈ ਕਿ ਹੁਣ ਤਾਈਂ ਚਾਹੇ ਕਹਿ ਲਓ ਦੋ ਜਥੇਬੰਦੀਆਂ ਜਿਹੜੀਆਂ ਚਾਹੇ ਉਹ ਅੱਡ ਹੋ ਗਈਆਂ ਨੇ, ਜਾਂ ਕਹਿ ਲਓ ਵੀ ਅੱਡ ਕਰ ਦਿੱਤਾ ਗਿਆ, ਪਰ ਬਾਕੀ ਦੀਆਂ 29 ਜਿਹੜੀਆਂ ਨੇ ਉਹ ਇਕੱਠੀਆਂ ਨੇ, ਤੇ ਇਹ ਚਾਹੁੰਦੇ ਆ ਅਸੀਂ ਵੀ ਉਹ ਇਕੱਠੀਆਂ ਹੀ ਰਹਿਣ, ਕਿਉਂਕਿ ਏਕੇ ਦੇ ਵਿੱਚ ਜੋ ਗੱਲ ਆ ਉਹ ਹੋਰ ਕਿਤੇ ਨਹੀਂ। ਬਿਲਕੁਲ ਸਹੀ ਗੱਲ ਆ। ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਇਸ ਵਕਤ ਨਿੱਠ ਕੇ ਲੱਗੀਆਂ, ਜਿਨ੍ਹਾਂ ਦੇ ਅੰਦਰ ਹਲੇ ਤੱਕ ਖੋਟ ਨਹੀਂ, ਜਿਹੜੇ ਵੀ ਰਾਜਨੀਤਿਕ ਆਗੂ ਇਸ ਵਕਤ ਸੱਚੀ ਮੁੱਚੀ ਨਿਰਪੱਖ ਆ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਈਰਖਾ ਨਹੀਂ, ਜਿਹੜੇ ਇਸ ਵਕਤ ਕਿਸੇ ਨਾਲ ਗੰਢ ਸੰਢ ਕਰਕੇ ਨਹੀਂ ਅੱਗੇ ਚੱਲਦੇ, ਉਹਨਾਂ ਸਾਰਿਆਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਆ। ਵਿਜੇ ਸਾਂਪਲਾ ਹੋਰੀ ਵੀ ਇੱਕ ਘਰ ਦੇ ਵਿੱਚ ਅਫਸੋਸ ਕਰਨ ਜਾ ਰਹੇ ਸੀ, ਕਿਸਾਨਾਂ ਨੇ ਉੱਥੇ ਘੇਰਾ ਪਾ ਲਿਆ, ਜਿਨ੍ਹਾਂ ਦੇ ਘਰੇ ਜਾਣਾ ਸੀ ਉਹਨਾਂ ਦੇ ਘਰੇ ਨਹੀਂ ਪਹੁੰਚਣ ਦਿੱਤਾ, ਵਾਪਸ ਭੇਜਤਾ। ਸੋ ਏਦਾਂ ਬੀਜੇਪੀ ਦੇ ਹੋਣ, ਭਾਵੇਂ ਕਾਂਗਰਸ ਦੇ ਹੋਣ, ਭਾਵੇਂ ਹੋਰ ਵੱਖ-ਵੱਖ ਪਾਰਟੀਆਂ ਦੇ ਹੋਣ, ਉਹਨਾਂ ਦੇ ਨੇਤਾਵਾਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਜਾ ਰਿਹਾ। ਪਰ ਨਾ ਬੇਨਤੀ ਇਹ ਹੈ ਜੀ ਕਿ ਬਿਲਕੁਲ ਤੁਸੀਂ ਸਹੀ ਦਿਸ਼ਾ ਦੇ ਵੱਲ ਚੱਲ ਰਹੇ ਹੋ।
ਹੁਣ ਇਸ ਵਕਤ ਜਦੋਂ ਆਪਾਂ ਇਸ ਮੋੜ ਦੇ ਉੱਤੇ ਪਹੁੰਚ ਗਏ ਆ ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਅਸੀਂ ਆਪਣਿਆਂ ਤੇ ਬਗਾਨਿਆਂ ਦੇ ਵਿੱਚ ਫਰਕ ਸਮਝ ਗਏ ਜੀ, ਅਸੀਂ ਚਲਾਕਾਂ ਦੇ ਵਿੱਚ ਤੇ ਭੋਲਿਆਂ ਦੇ ਵਿੱਚ ਅੰਤਰ ਸਮਝ ਗਏ, ਕਿਉਂਕਿ ਅਸੀਂ ਜੋ ਕੰਮ ਕਰ ਰਹੇ ਆ ਇਹਨੂੰ ਬਹੁਤ ਚਲਾਕ ਲੋਕ ਆ ਜਿਹੜੇ ਉਹ ਖੱਜਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੱਲ ਮੇਰੀ ਮਨਜੀਤ ਧਨੇਰ ਜੀ ਦੇ ਨਾਲ ਗੱਲ ਹੋਈ ਜੀ, ਉਹਨਾਂ ਨੇ ਬੜੀਆਂ ਬੇਬਾਕ ਗੱਲਾਂ ਕਹੀਆਂ। ਉਹ ਕਹਿੰਦੇ ਬਈ ਐਵੇਂ ਕਈ ਪਾਰਟੀਆਂ ਕਹੀ ਜਾਂਦੀਆਂ ਵੀ ਅਸੀਂ ਤਾਂ ਗੈਰ ਸਿਆਸੀ ਆ, ਕਈ ਕਿਸਾਨ ਜਥੇਬੰਦੀਆਂ ਵੀ ਕਹੀ ਜਾਂਦੀਆਂ ਵੀ ਅਸੀਂ ਗੈਰ ਸਿਆਸੀ ਆ। ਕੋਈ ਵੀ ਬੰਦਾ ਇਸ ਧਰਤੀ ਦੇ ਉੱਤੇ ਗੈਰ ਸਿਆਸੀ ਨਹੀਂ ਆ। ਹਰ ਬੰਦੇ ਦੀ ਕੋਈ ਨਾ ਕੋਈ ਸਿਆਸਤ ਹੈਗੀ ਆ, ਪਰ ਇਹ ਸਿਆਸਤ ਗਲ ਬਚਾਉਣ ਵਾਸਤੇ ਹੋਣੀ ਚਾਹੀਦੀ ਆ, ਗਲ ਘੁੱਟਣ ਵਾਸਤੇ ਨਹੀਂ। ਤੇ ਅਸੀਂ ਜੋ ਕੁਝ ਕਰ ਰਹੇ ਆ ਇਹ ਗਲ ਘੁੱਟਣ ਵਾਸਤੇ ਨਹੀਂ ਕਰ ਰਹੇ। ਉਹਨਾਂ ਨੇ ਬੜੀਆਂ ਮੈਨੂੰ ਗੱਲਾਂ ਦੱਸੀਆਂ, ਮੈਨੂੰ ਨੁਕਤੇ ਬੜੇ ਚੰਗੇ ਲੱਗੇ ਆ। ਸੋ ਇਸ ਕਰਕੇ ਭਾਈ ਜਿਹੜੇ ਅਸੀਂ ਰਾਜਨੀਤਿਕ ਲੋਕਾਂ ਦਾ ਵਿਰੋਧ ਕਰ ਰਹੇ ਆ, ਇਹ ਭਾਵੇਂ ਕਿਸੇ ਵੀ ਪਾਰਟੀ 'ਚ ਅੰਗਲੀ ਸੰਗਲੀ ਸਾਰਿਆਂ ਦੀ ਰਲਦੀ ਆ। ਬਿਲਕੁਲ, ਤੇ ਇੱਕ ਨਾ ਆਮ ਲੋਕਾਂ ਨੂੰ ਵੀ ਇਹ ਜ਼ਹਿਨ ਦੇ ਵਿੱਚ ਗੱਲ ਬਿਠਾ ਲੈਣੀ ਚਾਹੀਦੀ ਹੈ। ਬਹੁਤ ਤਰ੍ਹਾਂ ਦੀਆਂ ਅਫਵਾਹਾਂ ਇਸ ਅੰਦੋਲਨ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ। ਸਰਕਾਰਾਂ ਵੱਲੋਂ ਬਹੁਤ ਸਾਰੀਆਂ ਮਨਘੜਤ ਗੱਲਾਂ ਜਿਹੜੀਆਂ ਨੇ ਉਹ ਅੱਗੇ ਤੋਂ ਅੱਗੇ ਫੈਲਾਈਆਂ ਜਾਣਗੀਆਂ, ਤੇ ਅਸੀਂ ਕਿਸੇ ਵੀ ਮੁੱਦੇ ਦੇ ਉੱਪਰ ਆਪਣਾ ਮਨ ਬਣਾਉਣ ਤੋਂ ਪਹਿਲਾਂ ਉਹਨਾਂ ਗੱਲਾਂ ਦੀ ਸੱਚਾਈ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੀਏ। ਜਿਵੇਂ ਕਿ ਹੁਣ ਕਿਹਾ ਜਾ ਰਿਹਾ ਕਦੇ ਕੋਲਾ ਮੁੱਕ ਗਿਆ, ਕਦੇ ਕੁਛ ਕਦੇ ਕੁਛ ਕਦੇ ਕੁਛ। ਅਸੀਂ ਜੇਕਰ ਕੋਈ ਵੀ ਗੱਲ ਆਪਣੇ ਜ਼ਹਿਨ ਦੇ ਵਿੱਚ ਆਉਂਦੀ ਹੈ ਉਹਦੀ ਧੁਰ ਤੱਕ ਤਫਤੀਸ਼ ਕਰੀਏ, ਉਸ ਗੱਲ ਦੇ ਬਾਰੇ ਵਿਚਾਰ ਕਰੀਏ, ਪੜ੍ਹੀਏ, ਉਹਦੇ ਬਾਰੇ ਚ ਜਾਣੀਏ, ਉਸ ਤੋਂ ਬਾਅਦ ਚ ਕੋਈ ਵੀ ਸਿੱਟੇ ਦੇ ਉੱਪਰ ਪਹੁੰਚੀਏ। ਨਹੀਂ ਤਾਂ ਜਿਵੇਂ ਆਪਾਂ ਅੱਗੇ ਵੀ ਕਹਿੰਦੇ ਆ ਵੀ ਇਹ ਚੀਜ਼ਾਂ ਹੌਲੀ ਹੌਲੀ ਸਾਡੀਆਂ ਰਸੋਈਆਂ ਤੱਕ ਪਹੁੰਚਣੀਆਂ ਨੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਤੁਹਾਡੇ ਵਿੱਚ ਤੇ ਅਮੀਰੀ ਦੇ ਵਿੱਚ ਬਸ ਕੁਝ ਕੁ ਗਿੱਠਾਂ ਦਾ ਹੀ ਮੈਨੂੰ ਫਾਸਲਾ ਨਜ਼ਰ ਆਉਂਦਾ। ਜਿਸ ਤਰੀਕੇ ਨਾਲ ਅੱਜ ਤੁਹਾਨੂੰ ਸਵੇਰੇ ਸਵੇਰੇ ਇੱਕ WhatsApp ਦੇ ਉੱਤੇ ਸੁਨੇਹਾ ਆਇਆ, ਉਹਦੇ ਚ ਲਿਖਿਆ ਸੀ ਵੀ ਕੌਣ ਬਣੇਗਾ ਕਰੋੜਪਤੀ। ਮੈਂ ਆਪ 26 ਲੱਖ ਰੁਪਏ जीत चुके हैं। ਟਾਣਾ ਸਾਹਿਬ ਇੱਕ ਪਹਿਲਾਂ ਵੀ ਆਇਆ ਸੀ ਜਿਹਦੀ ਆਪਾਂ ਉਦੋਂ ਵੀ ਚਰਚਾ ਕੀਤੀ, ਉਦੋਂ 25 ਲੱਖ ਸੀ ਤੇ ਅੱਜ 26 ਲੱਖ ਹੋ ਗਿਆ। 51 ਲੱਖ ਰੁਪਏ ਨੂੰ ਠੁੱਡ ਮਾਰੀ ਤੁਸੀਂ। ਮੈਂ ਤਾਂ ਕਹਿਣਾ ਵੀ ਇਸ ਲੱਤ ਦੀ ਗਲਤ ਵਰਤੋਂ ਨਹੀਂ ਕਰਨੀ। ਮੈਂ ਤਾਂ ਹੈਰਾਨ ਹੋ ਗਈ, ਮੇਰੇ ਮਗਰ ਕਾਹਤੋਂ ਪੈ ਗਏ ਹੱਥ ਧੋ ਕੇ ਵੀ ਪੈਸੇ ਲੈ ਲਓ ਲੈ ਲਓ ਲੈ ਲਓ ਲੈ ਲਓ। ਇਹ ਬੜੀ ਤੁਹਾਨੂੰ ਇਸ ਵਕਤ ਨਵਾਜ਼ ਰਹੀ ਹੈ ਜੀ। ਤੁਹਾਡੇ ਉੱਤੇ ਰੱਬ ਜਦੋਂ ਦਿੰਦਾ ਛੱਪਰ ਫਾੜ ਕੇ ਦਿੰਦਾ, ਜਦੋਂ ਲੈਂਦਾ ਚਪੇੜ ਮਾਰ ਕੇ ਲੈਂਦਾ। ਇਹ ਗੱਲ ਲਾਗੂ ਕਹਿਣ ਲੱਗੀ ਸੀ ਵੀ ਜਦੋਂ ਉਹਨੇ ਖੋਣੇ ਆ, ਥੱਪੜ ਮਾਰ ਕੇ ਖੋਣੇ ਆ, ਤੇ ਫਿਰ ਮੈਂ ਉਹ ਨਹੀਂ ਚਾਹੁੰਦੀ। ਇੱਕ ਵਾਰੀ ਤਾਂ ਆਉਣ ਦਿਓ ਜੀ। ਅੱਛਾ, ਨਹੀਂ ਮੈਨੂੰ ਆਉਂਦੇ ਚੰਗੇ ਹੀ ਨਹੀਂ ਲੱਗਦੇ ਟਾਣਾ ਸਾਹਿਬ। ਮੈਂ ਮੋਹ ਮਾਇਆ ਤਿਆਗਤੀ। ਤੁਸੀਂ ਇਹ ਕਹੋ ਵੀ ਜਦੋਂ ਹੁਣ ਫੋਨ ਆਇਆ ਨਾ, ਪਹਿਲਾਂ ਅਮਿਤਾਭ ਬੱਚਨ ਨਾਲ ਗੱਲ ਕਰਾਓ। ਅੱਛਾ ਜੀ, ਤੇ ਉਹ ਕਿਸੇ ਨਕਲੀ ਨਾ ਕਰਾ ਦੇਣਗੇ? ਉਹਨੂੰ ਕੋਈ ਆਧਾਰ ਕਾਰਡ ਭੇਜ। ਪਿਛਲੀ ਵਾਰ ਵੋਟ ਕਿਹਨੂੰ ਪਾਈ ਸੀ? ਹੋਰ ਹੀ ਗੱਲਾਂ ਕਰਨ ਲੱਗ ਜਾਓ। ਅਰਾਧਿਆ ਕਿਵੇਂ ਆ? ਹਾਂ, ਹੋਰ ਹੀ ਗੱਲਾਂ ਨਾ। ਕਰੋਨਾ ਹੋਇਆ ਸੀ ਪਿੱਛੇ, ਹੁਣ ਸਿਹਤ ਠੀਕ ਆ? ਹਾਂ, ਸਿਹਤ ਠੀਕ ਆ। ਇਹ ਕਿੰਨੇ ਪੈਸੇ ਲੈਣੇ ਅੱਜ ਕੱਲ ਜੀ? ਮੁੰਡਾ ਤੁਹਾਡਾ ਹਾਲੇ ਵੀ ਨਹੀਂ ਚੱਲਿਆ। ਇਹੋ ਜਿਹੀਆਂ ਗੱਲਾਂ ਕਰਿਓ। ਉਹ ਅਰੇ ਕਾਟ ਦੋ ਇਸਕਾ ਫੋਨ, ਕੰਪਿਊਟਰ ਜੀ ਇਹ ਤਾਂ ਬੇੜਾ ਗਰਕ ਹੈ। ਬਿਲਕੁਲ ਸਹੀ ਗੱਲ ਹੈ, ਪਰ ਲਾਲਚ ਬੁਰੀ ਬਲਾ ਹੈ ਜੀ। ਦਿਲ ਦੀ ਅਮੀਰੀ ਹੋਣੀ ਚਾਹੀਦੀ ਹੈ, ਪੈਸਿਆਂ ਦੀ ਅਮੀਰੀ ਮੈਂ ਨਹੀਂ ਵਿਸ਼ਵਾਸ ਕਰਦੀ। ਤੁਸੀਂ ਕਿਉਂ ਪੁੱਛਿਆ ਸੀ ਵੈਸੇ? ਮੈਂ ਤਾਂ ਪੁੱਛਿਆ, ਮੈਂ ਕਿਹਾ ਵੀ ਤੁਹਾਨੂੰ ਪੈਸੇ ਪੂਸਿਆਂ ਦੀਆਂ ਗੱਲਾਂ ਦੱਸਗੇ। ਉਹ ਜਿਹੜੀ ਮਲੇਰਕੋਟਲੇ ਦੇ ਵੱਲ ਇੱਕ ਬਾਬਾ ਜਿਹੜਾ ਬਣਿਆ ਵਿਆ ਜੀ ਜੀ, ਜਿਹੜਾ ਪੈਸੇ ਦੁੱਗਣੇ ਚੌਗਣੇ ਕਰਦਾ ਸੀ, 10 ਗੁਣਾ ਕਰਦਾ ਜੀ ਜੀ ਜੀ। ਉਹ ਜਿਹਦੀ 3000 30,000 ਤੇ 3 ਲੱਖ ਰੁਪਏ ਵਾਲੀ ਸਕੀਮ ਆ, ਉਹਨੇ ਇੱਕ ਨਵੀਂ ਗੱਲ ਕਰਤੀ। ਅੱਛਾ, ਉਹਨੇ ਜੀ ਇੱਕ ਹੋਰ ਸ਼ਾਖਾ ਖੋਲ ਦਿੱਤੀ ਆ, ਬਾਬੇ ਦੀ ਬ੍ਰਾਂਚ। ਮੈਂ ਨਾ ਹੱਦ ਹੋ ਗਈ। ਉੱਥੇ ਪੱਤਰਕਾਰ ਗਏ ਇੱਕ ਥਾਂ ਤੇ, ਵੀ ਜਿੱਥੇ ਪੈਸੇ ਵੰਡੇ ਜਾ ਰਹੇ ਸੀ ਜਾਂ ਜਿੱਥੇ ਇਹ ਕੰਮਕਾਜ ਚੱਲਦਾ। ਭਾਈ ਲੋਕ ਪੱਤਰਕਾਰਾਂ ਦੇ ਲੀੜੇ ਪੜਨ ਲੱਗ ਪਏ। ਲੋਕਾਂ ਨੇ ਮਾਰੇ ਧੱਕੇ ਪੱਤਰਕਾਰ ਨੂੰ। ਉਹ ਪੱਤਰਕਾਰ ਕਹਿੰਦਾ ਵੀ ਦੁਨੀਆ ਦੀ ਇਹੋ ਜਿਹੀ ਬੈਂਕ ਹੀ ਕੋਈ ਨਹੀਂ ਗੀ ਜਿਹੜੀ ਕਿ 21 ਦਿਨਾਂ ਬਾਅਦ ਜਾਂ ਜਿਹੜੀ 15 ਦਿਨਾਂ ਬਾਅਦ ਪੈਸੇ ਤਿੱਗਣੇ ਚੌਗਣੇ 10 ਗੁਣਾ ਕਰ ਦੇਵੇ। ਉਹ ਕਹਿੰਦੇ ਵੀ ਸਾਡਾ ਬਾਬਾ ਕਰਦਾ, ਸਾਨੂੰ ਕੱਖ ਨਹੀਂ ਪਤਾ। ਉਹ ਕਹਿੰਦਾ ਪੈਸੇ ਕਿੱਥੋਂ ਲੈ ਕੇ ਆਉਂਦਾ? ਉਹ ਕਹਿੰਦੇ ਅਸੀਂ ਇਸ ਗੱਲ ਤੋਂ ਕੀ ਲੈਣਾ। ਉਹ ਕਹਿੰਦੇ ਤੁਹਾਡੇ ਨਾਲ ਧੋਖਾ ਹੋ ਜੂ। ਕਹਿੰਦੇ ਹੋ ਜੇ। ਇਹ ਤਾਂ ਫਿਰ ਪੱਤਰਕਾਰ ਵੀ ਏਕਾ ਕਰ ਲੈਣ ਵੀ ਜਿੱਦਣ ਹੋਇਆ ਧੋਖਾ ਉਦੋਂ ਜਦੋਂ ਇਹ ਲੋਕ ਆ ਕੇ ਕਹਿਣ ਅਸੀਂ ਖੁਲਾਸੇ ਕਰਨੇ ਆ, ਬਾਬੇ ਬਾਰੇ ਹੈਰਾਨੀਜਨਕ ਗੱਲਾਂ ਦੱਸਣੀਆਂ ਨੇ, ਉਦੋਂ ਇਹ ਕਹਿ ਦੇਣ ਵੀ ਕੋਈ ਨਹੀਂ ਹੋ ਗਿਆ ਤੇ ਹੋ ਗਿਆ। ਫਿਰ ਬਾਅਦ ਚ ਗੱਲ ਹੋ ਗਈ ਪੱਤਰਕਾਰ ਭਾਈ ਸਾਥ ਨਹੀਂ ਦਿੰਦੇ ਗਏ, ਇਹ ਤਾਂ ਵਿਕੇ ਹੋਏ ਆ। ਤੇ ਹੁਣ ਚਿੱਠੀ ਪਾਈ ਆ। ਬਿਲਕੁਲ ਸਹੀ। ਨਹੀਂ, ਲੋਕ ਨਹੀਂ ਸੁਧਰ ਸਕਦੇ ਟਾਣਾ ਸਾਹਿਬ। ਤੁਸੀਂ ਇਹ ਵੇਖੋ ਵੀ ਅੱਜ ਤੱਕ ਬੂਬਣਿਆਂ ਬਾਰੇ ਕਿੱਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਅਸੀਂ ਤਾਂ ਵੀ ਡੇਰਿਆਂ ਤੇ ਜਾਂਦੇ, ਅਸੀਂ ਤਾਂ ਵੀ ਉਹਨਾਂ ਬੂਬਣਿਆਂ ਨੂੰ ਪੂਜਦੇ ਆ। ਅੱਜ ਤਾਈਂ ਠੱਗੀ ਦੀਆਂ ਕਿੰਨੀਆਂ ਖਬਰਾਂ ਆ ਚੁੱਕੀਆਂ, ਅਸੀਂ ਤਾਂ ਵੀ ਵਿਸ਼ਵਾਸ ਕਰਦੇ ਵੀ ਨਹੀਂ ਸ਼ਾਇਦ ਹੋ ਸਕਦਾ ਸਾਡੇ ਨਾਲ ਸੱਚੀ ਵਧੀਆ। ਮੈਂ ਧਿਆਨ ਨਾਲ ਇੰਟਰਵਿਊ ਸੁਣੀ ਉਹਨਾਂ ਦੀ, ਉਸ ਬਾਬੇ ਦੀ। ਉਹ ਇਹ ਗੱਲ ਕਹਿ ਰਿਹਾ ਜੀ ਕਿ ਦੇਖੋ ਮੈਂ ਤੁਹਾਨੂੰ ਕਦੋਂ ਕਹਿੰਦਾ ਪੈਸੇ ਦੇ ਕੇ ਜਾਓ, ਇਹ ਤੁਸੀਂ ਦੇ ਕੇ ਜਾਂਦੇ ਆ। ਮੈਂ ਤੁਹਾਨੂੰ ਕਦੋਂ ਰਸੀਦ ਕੱਟ ਕੇ ਦਿੰਨਾ ਵੀ ਤੁਹਾਡੇ ਪੈਸੇ 10 ਗੁਣਾ 20 ਗੁਣਾ 5 ਗੁਣਾ ਹੋਣਗੇ, ਇਹ ਤੁਸੀਂ ਕਹਿ ਕੇ ਜਾਂਦੇ ਹੋ। ਉਹ ਕਹਿੰਦਾ ਜੀ ਮੈਂ ਤਾਂ ਇਹ ਲਿਖਵਾਉਣਾ ਵੀ ਮੈਂ ਪਾਠ ਦੇ ਵਿੱਚ ਇਹਦਾ ਯੋਗਦਾਨ ਪਾਤਾ ਆਪਦਾ। ਮੈਂ 3000 ਵਾਲਾ ਪਾਠ ਕਰਾਉਣਾ, ਮੈਂ 30,000 ਵਾਲਾ ਕਰਾਉਣਾ, ਮੈਂ 3 ਲੱਖ ਵਾਲਾ ਕਰਾਉਣਾ। ਉਸ ਤੋਂ ਬਾਅਦ ਮੈਂ ਲੰਗਰ ਵੀ ਲਵਾਉਣਾ।
ਜਿਹੜੇ ਵਿੱਚੋਂ ਪੈਸੇ ਬਚ ਜਾਂਦੇ ਆ ਉਹ ਮੈਂ ਗਰੀਬਾਂ ਦੇ ਪਾਰ ਉਤਾਰੇ ਦੇ ਲਈ ਉਹਨਾਂ ਦੀ ਆਰਥਿਕ ਮਦਦ ਦੇ ਵਾਸਤੇ ਦਿੰਨਾ। ਉਹ ਕਹਿੰਦਾ ਮੈਂ ਕਿੰਨੇ ਲੋਕਾਂ ਨੂੰ ਹੁਣ ਤੱਕ 1-1 ਲੱਖ ਰੁਪਈਆ ਕਰਕੇ ਮੋੜਤੇ ਆ, 30-30 ਲੱਖ ਰੁਪਈਆ, ਕਿੰਨੇ ਲੋਕਾਂ ਨੂੰ ਮੈਂ 3000 ਦਾ 21000 ਕਰਕੇ ਦਿੱਤਾ, ਕਿੰਨੇ ਲੋਕਾਂ ਨੂੰ ਕਹਿੰਦਾ ਮੈਂ 30000 ਦਾ ਤੇ 3 ਲੱਖ ਰੁਪਈਆ ਬਣਾ ਕੇ ਦਿੱਤਾ। ਇਹ ਤੁਹਾਡੀ ਕਿਹੜਾ ਸਮੱਸਿਆ ਵੀ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ? ਕਹਿੰਦਾ ਮੈਂ ਤੁਹਾਨੂੰ ਕਿਤੇ ਨਹੀਂ ਲਿਖ ਕੇ ਦਿੱਤਾ ਕਿ ਇਹ ਪੈਸੇ ਤੁਸੀਂ ਮੈਨੂੰ ਦਿੰਦੇ ਹੋ, ਇਹ ਤਾਂ ਲੰਗਰ ਦੇ ਲਈ ਤੇ ਪਾਠ ਦੇ ਲਈ ਦੇ ਰਹੇ ਹੋ। ਅੱਛਾ। ਉਹ ਕਹਿੰਦਾ ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂਗਾ। ਉਹ ਕਹਿੰਦਾ ਮੇਰੀ ਇੱਛਾ ਕਿ ਮੈਂ ਆਪਦੀ ਇੱਕ ਨਿੱਜੀ ਬੈਂਕ ਬਣਾਵਾਂ, ਚਲੋ ਪ੍ਰਾਈਵੇਟ ਬੈਂਕ ਹੋਵੇ, ਜਦੋਂ ਵੀ ਮੈਂ ਦੁਨੀਆ ਤੋਂ ਤੁਰ ਜਾ ਮੇਰੇ ਮਗਰੋਂ ਵੀ ਇਹ ਸਾਰਾ ਕੁਝ ਚੱਲਦਾ ਰਹੇ। ਪੂਰੇ ਦੇਸ਼ ਦੀਆਂ ਸਰਕਾਰਾਂ ਜੇਕਰ ਮੇਰਾ ਸਹਿਯੋਗ ਦੇਣ ਤਾਂ ਭਾਰਤ ਦੇ ਵਿੱਚੋਂ ਗਰੀਬੀ ਮੈਂ ਚੱਕ ਲੈਣੀ ਆ। ਨਹੀਂ ਉਹ ਤਾਂ ਚੱਕੀ ਜਾਵੇ, ਅਸੀਂ ਵੀ ਚਾਹੁੰਦੇ ਆ ਵੀ ਭਾਰਤ ਚੋਂ ਗਰੀਬੀ ਚੱਕੀ ਜਾਵੇ, ਪਰ ਕੀ ਟਾਣਾ ਸਾਹਿਬ ਕੋਈ ਪ੍ਰਸ਼ਾਸਨ, ਕੋਈ ਸਰਕਾਰਾਂ, ਕੋਈ ਪੁਲਿਸ ਪ੍ਰਸ਼ਾਸਨ ਦੇ ਆਪਦੇ ਪੈਸੇ ਲੱਗੇ ਉੱਥੇ ਜਿਹੜੇ ਉੱਥੇ ਪੁਲਿਸ ਮੁਲਾਜ਼ਮ ਆ। ਹਾਂਜੀ। ਪੱਤਰਕਾਰ ਨੇ ਸਵਾਲ ਕੀਤਾ ਵੀ ਇਹ ਦੱਸੋ ਵੀ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ, ਐ ਕਿਵੇਂ ਹੋ ਜੂ, ਤਾਂ ਬੈਂਕ ਬਣਾ ਲਈ ਜੀ। ਉਹ ਕਹਿੰਦੇ ਜੀ ਕਿ ਲੋਕ ਕੋਈ ਸ਼ਿਕਾਇਤ ਹੀ ਨਹੀਂ ਦਿੰਦੇ, ਲੋਕਾਂ ਨੂੰ ਪੁੱਛਦੇ ਵੀ ਤੁਸੀਂ ਸ਼ਿਕਾਇਤ ਕਿਉਂ ਨਹੀਂ ਕਰਦੇ। ਉਹ ਕਹਿੰਦੇ ਵੀ ਸਾਡੇ ਆਪਦੇ ਪੈਸੇ ਲੱਗੇ। ਇੱਕ ਪੁਲਿਸ ਵਾਲਾ ਸਾਥੀ ਕਹਿੰਦਾ ਵੀ ਮੇਰੇ ਆਪਦੇ ਲੱਗੇ ਹੈ। ਹਾਂਜੀ, ਸਦਕੇ ਓਏ ਜਵਾਨੋ, ਏਦਾਂ ਵੀ ਚੱਲਦਾ ਹੈਗਾ। ਬਸ ਠੀਕ ਹੈ, ਲੱਗੇ ਰਹੋ ਫਿਰ ਤਗੜੇ ਹੋ ਕੇ, ਇੱਕ ਨਾ ਇੱਕ ਦਿਨ ਤਾਂ ਖੁਲਾਸਾ ਹੋ ਹੀ ਜਾਣਾ। ਹੱਦ ਹੋ ਗਈ ਵੈਸੇ, ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਕੋਈ ਕਿਸੇ ਨੂੰ ਮਾਰ ਰਿਹਾ, ਕਹਿ ਲੋ ਵੈਸੇ ਇੱਕ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਹੀ ਹਾਂ ਵੀ ਜੇ ਕਿਸੇ ਨੂੰ ਕੋਈ ਮਾਰ ਰਿਹਾ ਹੋਏ ਸੜਕ ਦੇ ਉੱਪਰ ਤੇ ਕੋਈ ਡਰਦਾ ਮਾਰਾ ਸ਼ਿਕਾਇਤ ਨਾ ਦੇਵੇ ਤਾਂ ਕੀ ਉਹਦੇ ਖਿਲਾਫ ਕਾਰਵਾਈ ਨਹੀਂ ਹੋਊਗੀ? ਨਹੀਂ, ਹੋਣੀ ਤਾਂ ਚਾਹੀਦੀ ਆ, ਪਰ ਗੱਲ ਇਹ ਵੀ ਜਦੋਂ ਲੋਕ ਆ ਨਾ, ਅਸਲ ਦੇ ਵਿੱਚ ਲੋਕ ਕਹਿੰਦੇ ਵੀ ਸਾਨੂੰ ਸਭ ਕੁਝ ਠੀਕ ਆ। ਹੁਣ ਦੇਖੋ ਗਰੀਬ ਬੰਦੇ ਨੂੰ 30000 ਰੁਪਇਆ, 20000 ਰੁਪਇਆ, 5000 ਰੁਪਇਆ ਮਿਲ ਜੇ ਜੀ, ਉਹ ਤਾਂ ਵਿਚਾਰਾ ਪਾਊਗਾ ਬਾਗੀਆਂ। ਉਹ ਕਹਿੰਦਾ ਮੈਨੂੰ ਹੋਰ ਕੀ ਚਾਹੀਦਾ। ਲੋਕਾਂ ਨੂੰ ਤਾਂ ਚਲੋ ਜੇਕਰ ਫਾਇਦਾ ਹੁੰਦਾ ਉਹ ਆਪਣੀ ਥਾਂ ਦੇ ਉੱਤੇ ਸਹੀ ਆ, ਪਰ ਇਹ ਚ ਤਕਨੀਕੀ ਪੱਖ ਦੇਖੋ। ਜੇ ਤੁਸੀਂ ਕਿਸੇ ਨੂੰ 20000 ਰੁਪਏ ਤੋਂ ਵੱਧ ਦੀ ਰਕਮ ਦੇਣੀ ਹੋਵੇ, ਉਹਦੇ ਵਿੱਚੋਂ TDS ਕੱਟਣਾ ਪੈਂਦਾ, ਉਹ ਤੁਹਾਨੂੰ ਚੈੱਕ ਦੇਣਾ ਪੈਂਦਾ। ਪਰ ਇਹ ਕਿਹੜਾ ਤਰੀਕਾ ਵੀ ਭਾਈ ਆਪਾਂ ਦਸਤੀ ਪੈਸੇ ਲੈ ਕੇ ਦਸਤੀ ਮੋੜੀ ਜਾਂਦੇ, ਦਸਤੀ ਪੈਸੇ ਲੈ ਕੇ ਦਸਤੀ ਮੋੜੀ ਜਾਂਦੇ ਆ। ਇਹ ਤਰੀਕਾ ਜਿਹੜਾ ਵੈਸੇ ਵੀ ਕਾਨੂੰਨ ਪੱਖ ਤੋਂ, ਸਿਧਾਂਤਕ ਪੱਖ ਤੋਂ ਸਹੀ ਨਹੀਂ ਹੈਗਾ। ਬਿਲਕੁਲ, ਤਾਂ ਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਕਿ ਇਹਨਾਂ ਪੱਖਾਂ ਦੇ ਉੱਪਰ ਧਿਆਨ ਦੇ ਕੇ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਸਕਦਾ। ਮੈਂ ਤਾਂ ਇਹ ਸੋਚਣਾ ਵੀ ਕੈਪਟਨ ਸਾਹਿਬ ਨੇ ਜਿਹੜੇ, ਕਿਉਂਕਿ ਆਪਣਾ ਖਜ਼ਾਨਾ ਹੈਗਾ 2.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਵਿੱਚ ਅਸੀਂ ਫਸੇ ਹੋਏ ਹਾਂ। ਮੈਨੂੰ ਤਾਂ ਲੱਗਦਾ ਵੀ ਭਾਈ ਦੇ ਕੇ ਪੈਸੇ ਜਦੋਂ 21 ਦਿਨਾਂ ਬਾਅਦ ਇੰਨੇ ਆ ਜਾਣੇ ਆ ਤੇ ਕੰਮ ਕਰਨਾ ਚਾਹੀਦਾ ਆਪਦਾ। ਇਹ ਠੀਕ ਹੈ। ਹਾਂ, ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ। ਹਰਮਨ ਜੀ, ਇੰਨੀ ਅਲੱਦੀ ਖਬਰ ਆਈ ਆ, ਜੱਗੋਂ 13ਵੀਂ ਹੋ ਗਈ ਆ। ਬੰਦਾ ਕਿਹਦੇ ਤੇ ਯਕੀਨ ਕਰੇ, ਕਿਹਦੇ ਤੇ ਨਾ ਕਰੇ। ਕੀ ਹੋਇਆ? ਸੜਕਾਂ ਦੇ ਉੱਤੇ ਜਦੋਂ ਜਾਂਦੇ ਆ, ਔਰਤ ਦੇ ਕੰਨ ਦੇ ਵਿੱਚੋਂ ਝੁਮਕਾ ਖਿੱਚ ਕੇ ਲੈ ਜਾਂਦੇ ਆ ਜੀ, ਗਲ ਦੇ ਵਿੱਚੋਂ ਚੇਨ ਖਿੱਚ ਕੇ ਲੈ ਜਾਂਦੇ ਆ, ਹਾਰ ਖਿੱਚ ਕੇ ਲੈ ਜਾਂਦੇ ਆ। ਪਿਛਲੇ ਦਿਨੀ ਤਾਂ ਇੱਕ ਥਾਂ ਤੇ ਨਵੀਂ ਵਿਆਹੀ ਜਾਂਦੀ ਸੀ, ਹਾਲੇ ਚੂੜਾ ਫਿੱਕਾ ਨਹੀਂ ਪਿਆ, ਗਲ ਚੋਂ ਮੰਗਲ ਸੂਤਰੀ ਖਿੱਚ ਕੇ ਲੈ ਗਏ। ਦੁੱਖ ਹੋਇਆ। ਹੋਣਾ ਨਹੀਂ ਚਾਹੀਦਾ ਜੀ, ਪਰ ਕਦੇ ਪਰਸ ਖੋ ਕੇ ਲੈ ਗਏ, ਕਦੇ ਕਿਸੇ ਦਾ ਮੋਟਰਸਾਈਕਲ ਖੋ ਕੇ ਲੈ ਗਏ, ਕਦੇ ਕਿਸੇ ਦੇ ਹੱਥ ਚੋਂ ਝੋਲਾ ਖੋ ਕੇ ਲੈ ਗਏ। ਵੀ ਹਟਦੇ ਹੀ ਨਹੀਂ। ਇੰਨੇ ਲੁਟੇਰੇ ਆ ਜਿਹੜੇ ਉਹ ਨਿਡਰ ਹੋ ਕੇ ਫਿਰਦੇ ਆ, ਉਹਨਾਂ ਨੂੰ ਇੱਕ ਪੈਸੇ ਦਾ ਕਾਨੂੰਨ ਦਾ ਡਰ ਨਹੀਂਗਾ। ਪੁਲਿਸ ਵਾਲਿਆਂ ਤੋਂ ਤਾਂ ਭੋਰਾ ਵੀ ਨਹੀਂ ਡਰਦੇ, ਹੱਥ ਦੇ ਉੱਤੇ ਹੱਥ ਮਾਰੇ ਕਹਿੰਦੇ ਹੁਣ ਫੜ ਲਓ। ਬਿਲਕੁਲ ਸਹੀ ਗੱਲ ਹੈ, ਇਦਾਂ ਦੇ ਕੰਮ ਕਰਦੇ ਆ। ਪਰ ਹੁਣ ਡੂਡੋ ਖੋ ਕੇ ਲੈ ਗਏ ਆ। ਡੂਡੋ ਕੌਣ? ਡੂਡੋ ਸੀ ਇੱਕ, ਉਹ ਡੂਡੋ ਜਦੋਂ ਖੋਲਿਆ ਤੇ ਜਿਹੜੀ ਡੂਡੋ ਦੀ ਮਾਲਕਣ ਆ ਨਾ, ਉਹਨੇ 20000 ਰੁਪਏ ਦਾ ਇਨਾਮ ਰੱਖਿਆ। ਉਹ ਕਹਿੰਦੀ ਮੇਰਾ ਡੂਡੋ ਲਿਆਓ ਤੇ 20000 ਰੁਪਏ ਪਾਓ। ਡੂਡੋ ਕੁੱਤਾ। ਹਾਂਜੀ ਹਾਂਜੀ, ਮੋਹਾਲੀ ਦੇ ਵਿੱਚ ਇੱਕ ਬੀਬੀ ਆ ਜਿਹੜੀ ਉਹ ਕੁੱਤੇ ਨੂੰ ਸੈਰ ਕਰਾਉਂਦੀ ਫਿਰਦੀ ਆ, ਕਿਉਂਕਿ ਸਾਡੇ ਭਾਰਤੀ ਕੁੱਤੇ ਹੱਗਦੇ ਮੂਤਦੇ ਬਾਹਰ ਜਾ ਕੇ ਆ। ਉਹ ਸੈਰ ਕਰਾਈ ਜਾਵੇ ਤੇ ਉਹ ਇੱਕ ਮੋਟਰਸਾਈਕਲ ਦੇ ਉੱਤੇ ਆਉਂਦੇ ਸੀ 2 ਜਾਣੇ, ਤੇ ਮਗਰਲੇ ਨੇ ਐ ਫੜ ਕੇ ਰੱਸੀ ਬੀਬੀ ਦੇ ਹੱਥ ਦੇ ਵਿੱਚੋਂ ਤੇ ਬਸ ਚੱਕਿਆ ਕਤੂਰਾ ਜਾ ਤੇ ਐ ਫੜਾ ਕੇ ਕੱਚ ਦੇ ਵਿੱਚ ਤਿੱਤਰ ਹੋ ਗਏ। ਹੁਣ ਉਹ ਬੀਬੀ ਆ ਜਿਹੜੀ ਉਹ ਡੂਡੋ ਦੇ ਨਾਲ ਮੋਹ ਬਹੁਤ ਕਰਦੀ ਆ। ਉਹਨੇ ਲਵਾਏ ਕੰਧਾਂ ਦੇ ਉੱਤੇ ਪੋਸਟਰ, ਕਹਿੰਦੀ ਵੀ ਜਿਹੜਾ ਵੀ ਡੂਡੋ ਦੇ ਬਾਰੇ ਜਾਣਕਾਰੀ ਦੇਊਗਾ 20000 ਰੁਪਏ ਦਾ ਇਨਾਮ ਦੇਊਂਗੀ। ਜਿਨ੍ਹਾਂ ਨੇ ਵੀ ਮੇਰਾ ਇਹ ਕੁੱਤਾ ਖੋਇਆ, ਜਿਨ੍ਹਾਂ ਨੇ ਸਨੈਚਿੰਗ ਕੀਤੀ ਆ, ਤੇ ਉਹ ਵੀ ਜੇਕਰ ਵਾਪਸ ਕਰ ਜਾਣ ਤੇ ਮੈਂ 20000 ਰੁਪਇਆ ਪਾਈ ਉਹਨਾਂ ਨੂੰ ਵੀ ਦੇ ਦੂੰਗੀ। ਡੂਡੋ ਡੂਡੋ ਹੀ ਆ। ਹਾਂਜੀ, ਕਿੰਨੀ ਗਲਤ ਗੱਲ ਆ। ਵੇਖੋ ਟਾਣਾ ਸਾਹਿਬ, ਐ ਨਹੀਂ ਕਰਨਾ ਚਾਹੀਦਾ। ਆ ਡੂਡੋ ਦੇ ਨਾਂ ਤੋਂ ਮੈਨੂੰ ਚੇਤਾ ਹੈ, ਸਾਡੇ ਇੱਕ ਜਾਣਕਾਰ ਆ, ਉਹਦਾ ਕੁੱਤੇ ਦਾ ਨਾਮ ਮਿਰਜ਼ਾ। ਉਹਨਾਂ ਨੇ ਕੁੱਤੇ ਦਾ ਨਾਂ ਰੱਖਿਆ ਮਿਰਜ਼ਾ। ਉਹਨੂੰ ਹੁਣ ਇੱਕੋ ਹੀ ਬੇਨਤੀ ਕਰਿਓ ਘਰ ਦੇ ਮਾਲਕ ਨੂੰ ਵੀ ਕਿਤੇ ਇਸ ਕੁੱਤੇ ਨੂੰ ਲੈ ਕੇ ਜੰਡ ਥੱਲੇ ਨਾ ਚਲਾ ਜਾਈ, ਇਹਦੇ ਵੱਢਿਆ ਜਾਣਾ। ਕਿਤੇ ਕੱਟੇ ਦਾ ਨਾਂ ਕਿਦੋਂ ਦਾ ਨਹੀਂ ਰੱਖੀ ਫਿਰਦੇ। ਨਹੀਂ ਨਹੀਂ ਨਹੀਂ, ਉਹ ਹੀ ਮਿਰਜ਼ਾ। ਲੋਕੀ ਕੀ ਸੋਚ ਕੇ ਨਾਂ ਰੱਖਦੇ ਨੇ ਮਿਰਜ਼ਾ। ਹਾਂ, ਇੱਕ ਮੈਂ ਕਿਸੇ ਦੇ ਘਰੇ ਗਿਆ, ਉਹਨਾਂ ਨੇ ਕੁੱਤੇ ਦਾ ਨਾਂ ਰੱਖਿਆ ਗੁੰਨੂ।
ਟਹਿਣਾ ਸਾਹਿਬ ਗੁੰਨੂ ਨਹੀਂ 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 ਮੈਂ ਕਿਹਾ ਇਹਦੇ ਨਾਲ ਬੈਠ ਕੇ ਪਾਰਕ ਦੇ ਵਿੱਚ ਪਿਆਰ ਕਰਦੇ ਹੋ ਹਾਂ ਤੇ ਗੁੰਨੂ ਗੁੱਗੂ ਬੁੱਗੂ ਕਰਦੇ ਹੋ ਇਦਾਂ ਨਹੀਂ ਪਰ ਗੱਲ ਇਹ ਹੈ ਟਹਿਣਾ ਸਾਹਿਬ ਦੇਖੋ ਜਦੋਂ ਵੀ ਅਸੀਂ ਕੋਈ ਵੀ ਜਿਹੜਾ ਪੈਟ ਹੈ ਕੋਈ ਕਹਿ ਲੋ ਵੀ ਪੈਟ ਕਤੂਰਾ ਨਹੀਂ ਪੈਟ ਹੁੰਦਾ ਕੀ ਘਰ ਦੇ ਵਿੱਚ ਰੱਖਿਆ ਹੋਇਆ ਪਾਲਤੂ ਯੈਸ ਜਦੋਂ ਵੀ ਆਪਾਂ ਕੋਈ ਵੀ ਪਾਲਤੂ ਰੱਖਦੇ ਆ ਘਰ ਦੇ ਵਿੱਚ ਤੇ ਉਹਦੇ ਨਾਲ ਮੋਹ ਤੁਹਾਡਾ ਪੈ ਜਾਂਦਾ ਉਹ ਤੁਹਾਡੀਆਂ ਭਾਵਨਾਵਾਂ ਨੂੰ ਸਮਝਣ ਲੱਗ ਜਾਂਦਾ ਉਹ ਤੁਹਾਡੀ ਹਰ ਹਰਕਤ ਦੇ ਉੱਪਰ ਨਜ਼ਰ ਰੱਖਦਾ ਤੇ ਤੁਹਾਨੂੰ ਆਪਣੇ ਘਰ ਦਾ ਇੱਕ ਜੀ ਲੱਗਣ ਲੱਗ ਜਾਂਦਾ ਬਿਲਕੁਲ ਸਹੀ ਸੋ ਦੁੱਖ ਹੁੰਦਾ ਜਦੋਂ ਘਰੋਂ ਕੋਈ ਜੀ ਚਲਾ ਜਾਵੇ ਕੁੱਤਿਆਂ ਦੇ ਵਿੱਚ ਵੀ ਫਰਕ ਹੈ ਜਿਵੇਂ ਹਰ ਬੰਦੇ ਦੀ ਕਿਸਮਤ ਦੇ ਵਿੱਚ ਅੰਤਰ ਹੈ ਜਦੋਂ ਤੁਸੀਂ ਗੱਲ ਕਰਦੇ ਨਾ ਕੁੱਤੇ ਦੀ ਮੈਨੂੰ ਤੁਹਾਡਾ ਮਹੱਲੇ ਦੀ ਗੱਲ ਯਾਦ ਆ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਵੀ ਦੇਖੋ ਕੁੱਤੇ 'ਚ ਵੀ ਫਰਕ ਆ ਉਹਦੀ ਕਿਸਮਤ 'ਚ ਫਰਕ ਆ ਇੱਕ ਉਹ ਕੁੱਤੇ ਜਿਹੜੇ ਰਾਵਾਂ ਦੇ ਵਿੱਚ ਫਿਰਦੇ ਆ ਇੱਕ ਉਹ ਕੁੱਤੇ ਜਿਹੜੇ ਰੂੜੀਆਂ ਤੇ ਤੁਰੇ ਫਿਰਦੇ ਆ ਕੁੱਤੇ ਉਹ ਵੀ ਆ ਜਿਹੜੇ ਕਾਰਾਂ ਦੇ ਵਿੱਚ ਘੁੰਮਦੇ ਆ ਉਹ ਜੱਤ ਜੀ ਵਾਲਾ ਕੁੱਤਾ ਐੜੇ ਉਹਦੇ ਵਾਲ ਹੁੰਦੇ ਵਿੱਚੋਂ ਲੱਭਣਾ ਪੈਂਦਾ ਸਾਡਾ ਕੁੱਤਾ ਕਿੱਥੇ ਆ ਹਾਂ ਐ ਉਹਨਾਂ ਦੇ ਵਾਲ ਵੂਲ ਬਣਾਈ ਜਾਂਦੀਆਂ ਹੁੰਦੀਆਂ ਬੀਬੀਆਂ ਬਸ ਐ ਜਦੋਂ ਮੈਂ ਦੇਖਦਾ ਨਾ ਬੀਬੀ ਨੂੰ ਕਿਸੇ ਨੂੰ ਵੀ ਕਾਰ ਚੋਂ ਨਿਕਲਦੀ ਆ ਜਾਨੂ ਐ ਜੇ ਕਰਕੇ ਗੁੱਗੂ ਡੁੱਡੂ ਐ ਜਾਂਦੀਆਂ ਮੈਂ ਨਾ ਹੈਰਾਨ ਹੋ ਜਾਂਦਾ ਮੈਂ ਤਾਂ ਆਪੇ ਕੁੱਤਾ ਲੈ ਕੇ ਕੁੱਤੇ ਦੇ ਲਈ ਵੱਖਰੇ ਬਿਸਕੁਟ ਆਉਂਦੇ ਆ ਇੱਕ ਦਿਨ ਮੈਂ ਦੁਕਾਨ ਤੇ ਗਿਆ ਐਡਾ ਹੱਡ ਜਾ ਪਿਆ ਮੈਂ ਕਿਹਾ ਵੀ ਆਹ ਕਾਹਦਾ ਮੈਂ ਕਿਹਾ ਬੱਕਰਾ ਇੱਥੇ ਢਾਲਿਆ ਲੱਗਦਾ ਕਹਿੰਦੇ ਨਹੀਂ ਇਹ ਕੁੱਤੇ ਵਾਸਤੇ ਵੱਖਰਾ ਹੁੰਦਾ ਕੁੱਤੇ ਦੇ ਟੌਇਜ਼ ਵੱਖਰੇ ਨੇ ਕੱਪੜੇ ਵੱਖਰੇ ਨੇ ਖਾਣ ਪੀਣ ਵੱਖਰਾ ਹੈ ਟੋਟਲੀ ਆ ਦੇਖੋ ਕਮਾਲ ਦੀ ਗੱਲ ਆ ਗਰੀਬਾਂ ਨੂੰ ਜੁੜਦਾ ਨਹੀਂ ਭਾਰਤ ਆ ਜਿਹੜਾ ਉਹ ਭੁੱਖਮਰੀ ਦੇ ਮਾਮਲੇ ਦੇ ਵਿੱਚ ਹਾਲੇ ਵੀ ਕਹਿੰਦੇ ਵੀ 94 ਨੰਬਰ ਦੇ ਉੱਤੇ ਆ ਤੇ ਦੇਖੋ ਆ ਡੂਡੋ ਨੂੰ ਕੁਛ ਲੈ ਲਓ ਨਹੀਂ ਪਰ ਮੈਂ ਤੁਹਾਡਾ ਮਿਰਜ਼ਾ ਵੱਢਿਆ ਜਾਣਾ ਕਿਸੇ ਦਿਨ ਆਪ ਸੋਚਦੀ ਆ ਕਿ ਮੈਂ ਵੀ ਇੱਕ ਡੌਗੀ ਲੈ ਕੇ ਆਉਣਾ ਅੱਛਾ ਹਾਂ ਤੁਸੀਂ ਨਾਂ ਕੀ ਰੱਖਣਾ ਉਹਦਾ ਉਹ ਨਹੀਂ ਉਹ ਸਮਾਂ ਆਉਣ ਤੇ ਦੱਸਾਂਗੇ ਪਹਿਲਾਂ ਦੇਖਾਂਗੇ ਨਾ ਵੀ ਕਿਹੜੀ ਨਸਲ ਦਾ ਕੁੱਤਾ ਹੁੰਦਾ ਹੈ ਉਸ ਹਿਸਾਬ ਨਾਲ ਹੁਣ ਮਤਲਬ ਕੁੱਤਾ ਐਡਾ ਸਾਰਾ ਹੋਵੇ ਤੇ ਨਾ ਉਹਦਾ ਮੈਨੂੰ ਨੂੰ ਰੱਖਿਆ ਹੋਵੇ ਤਾਂ ਉਹ ਚੰਗਾ ਨਹੀਂ ਲੱਗਦਾ ਥੋੜਾ ਜਿਹਾ ਮਤਲਬ ਉਹਦੇ ਹਿਸਾਬ ਨਾਲ ਨਾ ਰੱਖਾਂਗੇ ਓਕੇ ਠੀਕ ਹੈ ਜੀ ਜੱਜ ਦਾ ਵਿਚਾਰ ਹਰਮਨ ਜੀ ਇੱਕ ਵੀਡੀਓ ਦੇਖੀ ਤੁਸੀਂ ਕਿਹੜੀ ਜੀ ਉਸ ਵੀਡੀਓ ਦੇ ਵਿੱਚ ਇੱਕ ਪੱਤਰਕਾਰ ਬੀਬੀ ਆ ਜਿਹੜੀ ਕਿ ਮਾਫੀ ਮੰਗ ਰਹੀ ਹੈ ਕਿਸਾਨਾਂ ਕੋਲੋਂ ਜੀ ਮੈਂ ਦੇਖੀ ਨਾਲ ਇੱਕ ਕੈਮਰਾਮੈਨ ਵੀ ਆ ਉਹ ਇੱਕ ਨਿੱਜੀ ਟੀਵੀ ਚੈਨਲ ਆ ਜੀ ਨੈਸ਼ਨਲ ਪੱਧਰ ਦੇ ਉੱਤੇ ਰਾਸ਼ਟਰੀ ਚੈਨਲ ਬੜਾ ਵੱਡਾ ਚੈਨਲ ਕਹਿੰਦੇ ਆ ਪਰ ਉਹ ਵੀ ਉਹਨਾਂ ਦੀ ਗੋਦੀ ਦੇ ਵਿੱਚ ਬੈਠ ਕੇ ਸਾਰਾ ਕੁਝ ਕਰਦਾ ਜਿਨ੍ਹਾਂ ਨੂੰ ਬੜਾ ਕੁਝ ਕਹਿੰਦੇ ਆ ਜੀ ਤੇ ਤਾਂ ਹੀ ਕਿਸਾਨਾਂ ਨੂੰ ਵੀ ਉਹਨਾਂ ਦੇ ਉੱਪਰ ਗੁੱਸਾ ਆਇਆ ਸੀ ਵੀ ਜਦੋਂ ਤਾਂ ਸਾਨੂੰ ਤੁਹਾਡੀ ਲੋੜ ਸੀ ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਉੱਪਰ ਤਾਂ ਤੁਸੀਂ ਆਏ ਨਹੀਂ ਤੇ ਅੱਜ ਜਿਹੜੀਆਂ ਹੋਰ ਗੱਲਾਂ ਨੇ ਉਹਦੇ ਕਰਕੇ ਤੁਸੀਂ ਜ਼ਰੂਰ ਇੱਥੇ ਆ ਕੇ ਤਾਂ ਸਾਰਾ ਕੁਝ ਦੇਖ ਰਹੇ ਹੋ ਬਿਲਕੁਲ ਜੀ ਇਹ ਬੀਬੀ ਜੀ ਆ ਜਿਹੜੇ ਉਹ ਗਏ ਸੀਗੇ ਇੱਕ ਖੇਤ ਦੇ ਵਿੱਚ ਅੱਗ ਲੱਗੀ ਪਈ ਆ ਤੇ ਉਹਦੇ ਉੱਤੇ ਸਟੋਰੀ ਕਰਨ ਦੇ ਲਈ ਉਹਦੇ ਉੱਤੇ ਖਬਰ ਤਿਆਰ ਕਰਨ ਦੇ ਲਈ ਉਹ ਜਦੋਂ ਉਹਨਾਂ ਨੇ ਉੱਥੇ ਜਾ ਕੇ ਆਪਦਾ ਕੈਮਰਾ ਘੁਮਾਇਆ ਤੇ ਉੱਥੇ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਵੀ ਭਾਈ ਅੱਗਾਂ ਇਦਾਂ ਲੱਗ ਰਹੀਆਂ ਤੇ ਇਸ ਤਰੀਕੇ ਦਾ ਆ ਕੁਝ ਚੱਲ ਰਿਹਾ ਉੱਥੇ ਕਿਸਾਨ ਭਾਈਚਾਰਾ ਇਕੱਠਾ ਹੋ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਦੋਂ ਅਸੀਂ ਹੁਣ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ ਇਹਦੇ ਬਾਬਤ ਤਾਂ ਤੁਸੀਂ ਕਦੇ ਖਬਰ ਲੈਣ ਨਹੀਂ ਆਏ ਤੇ ਹੁਣ ਜੇਕਰ ਅੱਗ ਲੱਗੀ ਹੈ ਤਾਂ ਤੁਸੀਂ ਅੱਗ ਲੱਗੀ ਵਾਲਿਆਂ ਨੂੰ ਆ ਗਏ ਆ ਵਿੱਚੋਂ ਰੌਲਾ ਕੀ ਆ ਜੀ ਬਿਲਕੁਲ ਦੇਖੋ ਟਾਣਾ ਸਾਹਿਬ ਦੁੱਖ ਹੋਣਾ ਲਾਜ਼ਮੀ ਵੀ ਆ ਹਨਾ ਕਿਉਂਕਿ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਪੱਤਰਕਾਰਾਂ ਦਾ ਸ਼ੁਕਰੀਆ ਵੀ ਕਰ ਰਹੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਪੱਤਰਕਾਰ ਭਾਈਚਾਰੇ ਦਾ ਕਰਕੇ ਹੀ ਉਹਨਾਂ ਦੀਆਂ ਖਬਰਾਂ ਉਹਨਾਂ ਦੇ ਜਿਹੜੇ ਸਵਾਲ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਅੱਗੇ ਤੋਂ ਅੱਗੇ ਪਹੁੰਚ ਰਹੀਆਂ ਨੇ ਹਨਾ ਸੋ ਪਰ ਗੱਲ ਇਹ ਵੀ ਪੱਤਰਕਾਰਾਂ ਨੂੰ ਵੀ ਸਹੀ ਰਾਹ ਦੇ ਉੱਪਰ ਚੱਲਣਾ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਕਿ ਵੀ ਉਹ ਵਾਲੀ ਸਟੋਰੀ ਜਿਹੜੀ ਉਹ ਨਾ ਕਰੋ ਜਾਂ ਉਹ ਵਾਲੀ ਖਬਰ ਨਾ ਬਣਾਓ ਪਰ ਇਸ ਵੇਲੇ ਲੋੜ ਹੋਰਨਾਂ ਖਬਰਾਂ ਦੀ ਵੀ ਹੈ ਉਹ ਵੀ ਸਰਕਾਰਾਂ ਤੱਕ ਪਹੁੰਚਣੀਆਂ ਚਾਹੀਦੀਆਂ ਦੇਖੋ ਸਾਲ ਦੇ ਵਿੱਚ ਹਰਮਨ ਜੀ 2 ਵਾਰ ਇਹ ਖਬਰਾਂ ਆਉਂਦੀਆਂ 20 25 ਦਿਨ ਲਈ ਜੀ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਹੈ ਜਦੋਂ ਕਣਕ ਦੇ ਨਾੜ ਨੂੰ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਦਿੱਲੀ ਦੇ ਵੱਲ ਧੂਆਂ ਫੁਰ ਕਰਕੇ ਪਹੁੰਚ ਜਾਂਦਾ ਜੀ ਦਿੱਲੀ ਦੇ ਵਿੱਚ ਧੂਆਂ ਪਹੁੰਚ ਜਾਂਦਾ ਪੰਜਾਬ ਦਾ 24 ਘੰਟਿਆਂ ਬਾਅਦ ਪਰ ਦਿੱਲੀ ਦੇ ਵਿੱਚ ਬੈਠੀ ਕੇਂਦਰ ਦੀ ਸਰਕਾਰ ਆ ਜਿਹੜੀ ਉਹਨਾਂ ਤੱਕ 3 ਹਫ਼ਤਿਆਂ ਤੋਂ ਬਾਅਦ ਵੀ ਸਾਡੇ ਅੰਦੋਲਨ ਦਾ ਸੇਕ ਨਹੀਂ ਪਹੁੰਚਿਆ ਕੀ ਗੱਲ ਬਈ ਇਹ ਮਾੜੀ ਗੱਲ ਹੀ ਆ ਨਾ ਇਹ ਹੇਰਾ ਫੇਰੀਆਂ ਹੀ ਆ ਸਾਡੇ ਨਾਲ ਧੋਖਾ ਹੀ ਕਰ ਰਹੇ ਤੁਸੀਂ ਤੇ ਜਦੋਂ ਅਸੀਂ ਉੱਥੇ ਜਾਂਦੇ ਤਾਂ ਸਾਨੂੰ ਬਰੰਗ ਚਿੱਠੀ ਵਾਂਗੂ ਤੁਸੀਂ ਵਾਪਸ ਭੇਜ ਦਿੰਦੇ ਚਾਹ ਨਾਲ ਬਿਸਕੁਟ ਖਵਾ ਕੇ ਉਹ ਫਿਰ ਸਾਡੇ ਗੈਰਤਮੰਦ ਜਿਹੜੇ ਕਿਸਾਨ ਆਗੂ ਆ ਉਹ ਮੰਨੇ ਨਹੀਂ ਤੇ ਸਾਨੂੰ ਉਹਨਾਂ ਦੇ ਉੱਤੇ ਬਹੁਤ ਮਾਣ ਆ ਮੰਨਿਓ ਵੀ ਨਾ ਬਿਲਕੁਲ ਪਰ ਇਸ ਬੀਬੀ ਨੇ ਕਈ ਵਾਰ ਮਾਫੀ ਮੰਗੀ ਆ ਵੀ ਹਮ ਚਲੇ ਜਾਤੇ हैं ਗੱਲ ਇਹ ਹੈ ਵੀ ਜੋ ਪੱਤਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਭਾਈ ਉਹ ਵੀ ਸਹੀ ਤਰੀਕੇ ਨਾਲ ਕੰਮ ਕਰਨ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਸਾਨਾਂ ਨੇ ਇਸ ਬੀਬੀ ਦੇ ਕੋਲੋਂ ਮਾਫੀ ਮੰਗਵਾਈ ਹੈ ਤੇ ਵਿਰੋਧ ਕੀਤਾ ਤੇ ਇਹਦਾ ਵੀ ਜਿਹੜੇ ਹੈਗਾ ਸੁਖਦੇਵ ਸਿੰਘ ਕੋਕਰੀ ਜਿਹੜੇ ਕਿ ਕਿਸਾਨ ਆਗੂ ਆ ਉਹਨਾਂ ਨੇ ਕਿਹਾ ਜੀ ਕਿ ਇੱਕ ਪਾਸੇ ਗਿਲਾ ਸ਼ਿਕਵਾ ਦੂਜੇ ਪਾਸੇ ਸਾਡੇ ਸਿਧਾਂਤ ਆ ਅਸੀਂ ਪੱਤਰਕਾਰਾਂ ਦੇ ਨਾਲ ਇਸ ਤਰੀਕੇ ਦਾ ਰਵੱਈਆ ਵੀ ਨਹੀਂ ਅਪਣਾਉਣਾ ਵਿਹਾਰ ਨਹੀਂ ਕਰਨਾ ਗਿਲੇ ਸ਼ਿਕਵੇ ਹੈਗੇ ਆ ਵੀ ਨੈਸ਼ਨਲ ਮੀਡੀਆ ਨੇ ਸਾਡੀ ਕਦਰ ਨਹੀਂ ਕੀਤੀ ਤੇ ਸਾਨੂੰ ਦਰਕਿਨਾਰ ਕਰਕੇ ਰੱਖਿਆ ਪਰ ਅਸੀਂ ਇਦਾਂ ਪੱਤਰਕਾਰਾਂ ਦੇ ਨਾਲ ਕੋਈ ਜ਼ਿਆਦਤੀ ਵੀ ਨਹੀਂ ਕਰਨੀ ਬਿਲਕੁਲ ਸਹੀ ਮਤਲਬ ਇਹ ਵੀ ਹੋ ਸਕਦਾ ਸੀ ਕਿ ਉਹਨਾਂ ਦੇ ਮੋਹਰੇ ਹੱਥ ਜੋੜ ਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਭਾਈ ਜਾਓ
ਅਸੀਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਹੈਗੀ, ਨਾ ਹੀ ਅਸੀਂ ਤੁਹਾਨੂੰ ਕਵਰੇਜ ਕਰਨ ਦੇਣੀ ਹੈ, ਕਿਉਂਕਿ ਤੁਸੀਂ ਜਦੋਂ ਸਾਨੂੰ ਲੋੜ ਸੀ ਉਦੋਂ ਤਾਂ ਆਉਂਦੇ ਨਹੀਂ ਹੈਗੇ, ਤਾਂ ਹੁਣ ਤੁਸੀਂ ਸਾਡੇ ਖੇਤਾਂ ਦੇ ਵਿੱਚ ਕਵਰੇਜ ਨਹੀਂ ਕਰ ਸਕਦੇ, ਜੇ ਕਰੋਗੇ ਤਾਂ ਅਸੀਂ ਵਿਰੋਧ ਕਰਾਂਗੇ, ਹਨਾ। ਸੋ ਇਸ ਤਰੀਕੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਸੀ। ਸੋ ਦੋਵੇਂ ਪੱਖ ਜਿਹੜੇ ਉਹ ਧਿਆਨ ਦੇ ਵਿੱਚ ਰੱਖਣੇ ਚਾਹੀਦੇ। ਬਿਲਕੁਲ ਸਹੀ ਗੱਲ ਆ। ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਭਾਵੇਂ ਸੂਬਾਈ ਸਰਕਾਰਾਂ ਭਾਵੇਂ ਕੇਂਦਰ ਦੀ ਸਰਕਾਰ ਆ, ਉਹ ਕੱਲੀ ਰਾਏ ਦੇਣੀ ਬੰਦ ਕਰੇ। ਉਹ ਕਹਿ ਦਿੰਦੇ ਜੀ ਕਿ ਅਸੀਂ ਸੰਦ ਮੁਹੱਈਆ ਕਰਵਾਏ ਪਿੰਡ ਦੇ ਵਿੱਚ, ਇਹ ਪਰਾਲੀ ਨੂੰ ਵਿੱਚੇ ਰਲਾ ਦਿੰਦੇ ਆ, ਪਰ ਕੀ ਉਹ 2 ਕਿੱਲਿਆਂ ਵਾਲੇ ਨੂੰ, ਕੀ 1.5 ਕਿੱਲੇ ਵਾਲੇ ਨੂੰ, ਕੀ 6 ਕਨਾਲ ਜ਼ਮੀਨ ਵਾਲੇ ਕਿਸਾਨ ਨੂੰ ਮਿਲਦੇ ਆ ਜੀ? ਉਹ ਅੱਗ ਕਿਹੜੀ ਗੱਲੋਂ ਲਾਉਂਦਾ, ਇਹਦੇ ਕਾਰਨ ਸਮਝੋ ਜੀ। ਤੁਸੀਂ ਇੱਕ ਦੂਜੇ ਦੇ ਉੱਤੇ ਪਾਈ ਜਾਂਦੇ। ਉਹ ਕਹਿ ਦਿੰਦੇ ਜੀ ਕੇਂਦਰ ਦੀ ਸਰਕਾਰ 200 ਰੁਪਈਆ ਕੁਇੰਟਲ ਦੇਵੇ ਪਰਾਲੀ ਦਾ, ਉਹ ਕਹਿ ਦਿੰਦੇ ਤੁਸੀਂ 100 ਹੀ ਦੇ ਦਿਓ। ਇਹ ਪਖੰਡਬਾਜ਼ੀ ਬੰਦ ਕਰਨੀ ਚਾਹੀਦੀ ਆ। ਜਿਹੜੇ ਕਿਸਾਨ ਹੁੰਦਿਆਂ ਸੁੰਦਿਆਂ ਅੱਗ ਲਾਉਂਦੇ ਆ, ਉਹਨਾਂ ਦੇ ਲਈ ਬਹੁਤ ਮਾੜੀ ਗੱਲ ਆ, ਉਹਨਾਂ ਨੂੰ ਬੰਦੇ ਬਣਨਾ ਚਾਹੀਦਾ। ਪਰ ਜਿਹੜੇ ਲੋੜਵੰਦ ਕਿਸਾਨ ਆ, ਮਜਬੂਰੀ ਦੇ ਵਿੱਚ ਇਹ ਕੁਝ ਕਰਦੇ, ਤੇ ਉਹਨਾਂ ਦੀ ਸਾਰ ਸੱਚੇ ਦਿਲੋਂ ਲੈਣੀ ਚਾਹੀਦੀ। ਪਰ ਗੱਲ ਇਹ ਵੀ ਤਾਂ ਹੈ ਟਾਣਾ ਸਾਹਿਬ ਵੀ ਇਹ ਕੋਈ ਅੱਜ ਦਾ ਮਸਲਾ ਤਾਂ ਹੈ ਨਹੀਂ। ਜਦੋਂ ਦੀ ਮੈਂ ਹੋਸ਼ ਸੰਭਾਲੀ ਆ, ਜਦੋਂ ਦੀ ਤੁਸੀਂ ਹੋਸ਼ ਸੰਭਾਲੀ ਆ, ਜਾਂ ਸਾਡੇ ਬਜ਼ੁਰਗਾਂ ਦੀ ਗੱਲ ਕਰ ਲਈਏ, ਉਦੋਂ ਤੇ ਸਾਰਾ ਕੁਝ ਇਦਾਂ ਹੀ ਚੱਲ ਰਿਹਾ। ਸਾਡੀਆਂ ਸਰਕਾਰਾਂ ਨੇ ਅੱਜ ਤੱਕ ਕੋਈ ਢੁਕਵਾਂ ਹੱਲ ਕਿਉਂ ਨਹੀਂ ਕੱਢਿਆ? ਕਿਉਂ ਨਹੀਂ ਗੱਤੇ ਦੀਆਂ ਫੈਕਟਰੀਆਂ ਲਾਈਆਂ ਜਾ ਰਹੀਆਂ? ਬਹੁਤ ਵਾਰ ਕਿਸਾਨ ਇਹ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਵੀ ਸਾਡੇ ਕੋਲੋਂ ਭਾਵੇਂ ਮੁਫਤ ਦੇ ਵਿੱਚ ਚੱਕ ਲਓ ਪਰਾਲੀ, ਪਰ ਸਾਡਾ ਖੇਤ ਵਿਹਲਾ ਕਰ ਦਿਓ, ਅਸੀਂ ਇਹਦਾ ਕੱਖ ਵੀ ਨਹੀਂ ਲੈਣਾ, ਵੀ ਇਹ ਅਸੀਂ ਅਗਲੀ ਫਸਲ ਜਿਹੜੀ ਆ ਉਹ ਬੀਜਣ ਤੋਂ ਬੈਠੇ ਰਹਿੰਦੇ ਆ, ਹਨਾ। ਤੇ ਉਦੋਂ ਕਿਸਾਨਾਂ ਕਿਉਂ ਨਹੀਂ ਹੰਬਲਾ ਮਾਰਦੀਆਂ, ਕਿਉਂ ਨਹੀਂ ਗੱਤੇ ਦੀਆਂ ਫੈਕਟਰੀਆਂ ਲਾਉਂਦੀਆਂ? ਸਰਕਾਰਾਂ ਕਹਿਣਗੀਆਂ ਅਸੀਂ ਤਾਂ ਖਜ਼ਾਨਾ ਹੀ ਵਿਹਲਾ ਕਰਦੀਆਂ ਹੁੰਦੀਆਂ, ਅਸੀਂ ਖੇਤ ਨਹੀਂ ਵਿਹਲੇ ਕਰਦੇ। ਵੀ ਆਪਣੇ ਲਈ ਤਾਂ ਤੁਹਾਡੇ ਕੋਲ ਸਾਰਾ ਕੁਝ ਹੈਗਾ, ਤੇ ਕਿਸਾਨਾਂ ਦੇ ਲਈ, ਲੋਕਾਂ ਦੇ ਲਈ, ਆਮ ਜਨਤਾ ਦੇ ਲਈ ਤੁਹਾਡੇ ਕੋਲ ਕੱਖ ਵੀ ਨਹੀਂ ਹੈਗਾ। ਸੋ ਅਸੀਂ ਆਪਣਾ ਆਪ ਵੀ ਤਾਂ ਸੁਧਾਰੀਏ ਨਾ ਥੋੜਾ ਜਿਹਾ। ਲਓ ਵੀ ਹਰਮਨ ਜੀ, ਕਮਾਲ ਹੋ ਗਈ ਆ। ਆਪਾਂ ਜੋ ਗੱਲ ਨਿਊਜ਼ੀਲੈਂਡ ਬੈਠ ਕੇ ਕਹੀ ਸੀ ਜੀ, ਬਿਲਕੁਲ ਉਵੇਂ ਹੀ ਹੋ ਗਿਆ ਜੀ। ਉੱਥੇ ਜਾ ਕੇ ਅਸੀਂ ਜਿਹੜਾ ਪ੍ਰਭਾਵ ਕਬੂਲਿਆ ਵੀ ਨਿਊਜ਼ੀਲੈਂਡ ਦੇ ਵਿੱਚ ਜਿਵੇਂ ਕਰੋਨਾ ਵਾਇਰਸ ਦੇ ਮੌਕੇ ਮੁਲਾਜ਼ਮਾਂ ਨੂੰ, ਬਾਕੀ ਜਿਹੜੇ ਕੰਮਕਾਜੀ ਲੋਕ ਆ, ਉਹਨਾਂ ਨੂੰ ਹਫ਼ਤਾਵਾਰੀ ਮਿਹਨਤਾਂ ਨਾਲ ਦੇਣਾ ਸ਼ੁਰੂ ਕੀਤਾ ਸਰਕਾਰ ਨੇ, ਵੀ ਭਾਈ ਤੁਹਾਡਾ ਕਿੱਤਾ ਛੁੱਟ ਗਿਆ, ਤੁਹਾਡਾ ਕੰਮ ਛੁੱਟ ਗਿਆ, ਅਸੀਂ ਤੁਹਾਡੇ ਨਾਲ ਆ ਜੀ। ਤੇ ਇਸ ਤੋਂ ਬਾਅਦ ਬਹੁਤ ਵੱਡੀ ਇੱਕ ਹਵਾ ਚੱਲੀ ਤੇ ਜਸਿੰਡਾ ਜਿੱਤ ਗਈ। ਜਸਿੰਡਾ ਆਰਡਨ ਦੀ ਸਰਕਾਰ ਇੱਕ ਵਾਰੀ ਫੇਰ 64 ਸੀਟਾਂ ਲੈ ਕੇ ਬਣ ਚੁੱਕੀ ਆ। ਇਸ ਟਾਣਾ ਸਾਹਿਬ ਇਹ ਕੋਈ ਕੱਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਕ੍ਰਾਈਸਟ ਚਰਚ ਦੇ ਵਿੱਚ ਜੋ ਘਟਨਾ ਹੋਈ ਸੀ, ਚਾਹੇ ਉਹਦੀ ਗੱਲ ਕਰ ਲਈਏ, ਚਾਹੇ ਜਿਹੜਾ ਜਵਾਲਾਮੁਖੀ ਫਟਿਆ ਸੀ ਉਹਦੀ ਗੱਲ ਕਰ ਲਈਏ, ਇਹ 3 ਘਟਨਾਵਾਂ ਕਹਿੰਦੇ ਨੇ ਵੀ ਇਹੋ ਜਿਹੀਆਂ ਮੰਨੀਆਂ ਜਾ ਰਹੀਆਂ ਨੇ ਜਿਹਨੇ ਕਿ ਜਸਿੰਡਾ ਨੂੰ ਜਿਤਾਉਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ। ਨਹੀਂ, ਉਹ ਲੋਕ ਪੱਖੀ ਆਗੂ ਹੋ ਨਿਬੜੀ ਹੈ ਨਾ। ਦੇਖੋ ਆਉਂਦੇ ਸਮੇਂ ਦੇ ਵਿੱਚ ਕੀ ਹੋਣਾ ਕੁਝ ਕਹਿ ਨਹੀਂ ਸਕਦੇ, ਪਰ ਜੇਕਰ ਲੋਕ ਉਹਦੇ ਹੱਕ ਦੇ ਵਿੱਚ ਸੀ, ਖਾਸ ਕਰਕੇ ਜਿਹੜਾ ਮੁਲਾਜ਼ਮ ਵਰਗ, ਤੇ ਫਿਰ ਤਾਂ ਗੱਲ ਵੱਖਰੀ। ਵੈਸੇ ਜਿਹੜੇ ਬਹੁਤ ਵੱਡੇ ਵਪਾਰੀ ਆ, ਜਿਹੜੇ ਬਿਜ਼ਨਸਮੈਨ, ਜਿਹੜੇ ਕਾਰੋਬਾਰੀ ਆ, ਉਹ ਭਾਵੇਂ ਨੈਸ਼ਨਲ ਨੂੰ ਚਾਹੁੰਦੇ ਸੀ, ਪਰ ਮੇਰੇ ਵਰਗੇ ਜਿਹੜੇ ਉੱਥੇ ਹੈਗੇ ਆ, ਉਹ ਕਹਿੰਦੇ ਸੀ ਵੀ ਭਾਈ ਲੇਬਰ ਹੀ ਠੀਕ ਆ। ਹਾਂ, ਬਿਲਕੁਲ ਸਹੀ। ਔਰ ਇਹ ਕਿਹਾ ਜਾ ਰਿਹਾ ਹੈ ਕਿ 24-25 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਵੀ ਕੋਈ ਵੀ ਜਿਹੜੀ ਪਾਰਟੀ ਹੈ ਉਹ ਕੱਲੇ ਤੌਰ ਦੇ ਉੱਪਰ, ਮਤਲਬ ਪੂਰਨ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਬਿਲਕੁਲ ਜੀ। ਸੰਯੁਕਤ ਬੀਬੀ ਨੇ ਵੈਸੇ ਬਹੁਤ ਕੁਝ ਕੀਤਾ। ਦੇਖੋ ਸੰਯੁਕਤ ਰਾਸ਼ਟਰ ਦੇ ਵਿੱਚ ਜਦੋਂ ਗਏ, ਉਦੋਂ ਉਹਦਾ ਨਿਆਣਾ ਲੈ ਕੇ ਨਾਲ ਗਏ, ਤੇ ਇਹ ਵੱਖਰੀਆਂ ਗੱਲਾਂ ਕੀਤੀਆਂ ਵੀ ਇੱਕ ਸਧਾਰਨਤਾ ਜਿਹੜੀ ਉਹ ਕਿਸੇ ਇਨਸਾਨ ਦੇ ਵਿੱਚ ਹੈਗੀ ਆ ਜੀ। ਸਾਡੇ ਤੇ ਇੱਥੇ ਮੁੱਦਾ ਹੀ ਹੋਰ ਬਣਨਾ ਸੀਗਾ, ਲੈ ਇਹ ਦੇਖੋ ਰਹਿੰਦੀ ਕਿਹਦੇ ਨਾਲ। ਉਹ ਕਿਉਂ ਨਹੀਂ ਇਸ ਗੱਲ ਦੇ ਉੱਤੇ ਲੜੀ ਜਾਣੀ ਸੀ ਵੀ ਭਾਈ ਫਲਾਣੇ ਦਾ ਕਿਰਦਾਰ ਐ ਆ, ਫਲਾਣੀ ਓ ਆ, ਫਲਾਣਾ ਐ ਆ, ਪਰ ਉੱਥੇ ਉਹਦੇ ਲੋਕ ਵੀ ਸਿਆਣੇ ਆ, ਲੋਕਾਂ ਦੇ ਵੀ ਕੰਮ ਕਿਵੇਂ ਕੀਤਾ ਜਾ ਰਿਹਾ, ਅਸੀਂ ਉਹਦੇ ਵੱਲ ਖਿਆਲ ਕਰਦੇ। ਔਰ ਕਰਨਾ ਵੀ ਇਹੀ ਚਾਹੀਦਾ। ਅਸੀਂ ਬੰਦੇ ਦੇ ਨਿੱਜਤਾ ਦੇ ਉੱਪਰ ਜ਼ਰੂਰ ਗੱਲਾਂ ਕਰਦੇ ਆਂ ਵੀ ਆਹ ਇਦਾਂ ਹੈ, ਫਲਾਣੇ ਨਾਲ ਰਹਿੰਦਾ ਹੈ, ਫਲਾਣੀ ਨੂੰ ਦੇਖਦਾ ਹੈ, ਇਹ ਗੱਲਾਂ ਹੀ ਥਾਂ ਦੇ ਉੱਪਰ ਮੈਨੂੰ ਲੱਗਦਾ ਵੀ ਜੋ ਮੁਲਕ ਦੇ ਲਈ ਚੰਗਾ ਹੈ, ਜੇਕਰ ਉਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਏ ਤਾਂ ਜ਼ਿਆਦਾ ਵਧੀਆ ਹੋਏਗਾ। ਔਰ ਦੂਸਰੀ ਗੱਲ ਇਹ ਹੈ ਟਾਣਾ ਸਾਹਿਬ ਕਿ ਜਸਿੰਡਾ ਨੇ ਜਿਹੋ ਜਿਹਾ ਵੀ ਰੋਲ ਅਦਾ ਕੀਤਾ, ਪੂਰੀ ਦੁਨੀਆ ਦੀ ਮੀਡੀਆ ਦੇ ਉੱਪਰ, ਪੂਰੀ ਦੁਨੀਆ ਦੇ ਉੱਪਰ ਜਸਿੰਡਾ ਛਾਈ ਰਹੀ ਹੈ। ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਭਾਸ਼ਣ ਲੋਕ ਸੁਣਦੇ ਰਹੇ ਨੇ, ਔਰ ਇਹ ਪਹਿਲਾਂ ਤੋਂ ਹੀ ਲੱਗ ਰਿਹਾ ਸੀ ਵੀ ਕਿਤੇ ਨਾ ਕਿਤੇ ਇਹ ਹਵਾ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਹੀ। ਤੇ ਮੇਰੀ ਇੱਕ ਬੇਨਤੀ ਆ ਹੁਣ ਜਸਿੰਡਾ ਜੀ ਨੂੰ ਵੀ ਦੇਖੋ, ਅਸੀਂ ਹੁਣ ਤੁਹਾਨੂੰ ਆ ਕੇ ਵਧਾਈ ਦੇਣੀ ਚਾਹੁੰਦੇ ਆ, ਠੀਕ ਆ? ਤੁਸੀਂ 2 ਜਣਿਆਂ ਦੀ PR ਦਾ ਪ੍ਰਬੰਧ ਕਰ ਲਓ। ਮੈਂ ਤੇ ਹਰਮਨ ਜੀ ਜਦੋਂ ਕਹੋ ਤੁਸੀਂ, ਹਫਤੇ ਨੂੰ ਕਹੋ ਤੁਸੀਂ ਜਹਾਜ਼ ਵੱਖਰਾ ਭੇਜ ਦਿਓ, ਅਸੀਂ ਬਿਲਕੁਲ ਆਪਦੇ ਕੰਮਕਾਜ ਛੱਡ ਕੇ ਵੀ ਆ ਜਾਾਂਗੇ ਜੀ। ਜੇ ਕਹੋ ਲੱਡੂ ਇੱਥੋਂ ਲੈ ਆਵਾਂਗੇ, ਲੱਡੂ ਇੱਥੋਂ ਮੈਂ ਲੈ ਕੇ ਆਉਂਗਾ। ਸਾਡੇ ਉਧਰ ਫਰੀਦਕੋਟ ਦੀ ਇੱਕ ਬਰਫੀ ਆ ਬੜੀ ਮਸ਼ਹੂਰ ਆ, ਉਹਦੇ ਮੈਂ 4 ਡੱਬੇ ਲਿਆਉਂ। ਜਿਹੜੇ ਵੀ ਤੁਹਾਡੇ ਮੰਤਰੀ ਮੰਡਲ ਚ ਹੋਣਗੇ ਨਵਾ ਦੂੰ, ਬਰਫੀ ਖਵਾ ਦੂੰ, ਜਿੰਨੀ ਕਹੂੰ। ਕਿਆ ਬਾਤ ਹੈ। ਆ ਕੇ ਵਧਾਈ ਦੇਣ ਦਾ ਜਿਹੜਾ ਮਜ਼ਾ ਨਾ, ਉਹ ਗੱਲ ਹੀ ਹੋਰ ਆ। ਅਸੀਂ ਦੂਰ ਬੈਠੇ ਕਰੀ ਜਾ ਕੇ ਵੀ ਬਹੁਤ ਮੁਬਾਰਕਾਂ, ਤੁਸੀਂ ਛਾ ਗਏ। ਜ਼ੁਬਾਨੀ ਸੁਣੋ ਨਾ, ਆਮੋ ਸਾਹਮਣੇ ਬਹਿ ਕੇ 2 ਮੀਟਰ ਦੀ ਦੂਰੀ ਰੱਖ ਕੇ। ਨਹੀਂ, ਹੌਲੀ ਹੌਲੀ ਅੱਗੇ ਅਮਰੀਕਾ ਵਾਲੀਆਂ ਵੀ ਆਉਣੀਆਂ ਨੇ ਚੋਣਾਂ, ਫੇਰ ਤੁਸੀਂ ਟਰੰਪ ਸਾਹਿਬ ਨੂੰ ਕਹੋਗੇ। ਨਹੀਂ, ਉਹਨੂੰ ਨਹੀਂ ਮੈਂ ਕਹਿੰਦਾ, ਮਤਲਬ ਟਰੰਪ ਨੂੰ ਤਾਂ ਨਹੀਂ ਕਹਿ ਰਹੀ, ਜਿਹੜਾ ਵੀ ਜਿੱਤੂਗਾ, ਹਾਂ ਜਿਹੜਾ ਵੀ ਜਿੱਤੂਗਾ, ਇਹ ਤਾਂ ਐਵੇਂ ਜਦੋਂ ਅਮਰੀਕਾ ਦਾ ਨਾਂ ਆਉਂਦਾ ਤੇ ਜ਼ੁਬਾਨ ਦੇ ਵਿੱਚ ਹਾਲੇ ਉਹਨਾਂ ਦਾ ਹੀ ਨਾਂ ਆਉਂਦਾ ਹੈ। ਸੋ ਜਿਹੜਾ ਵੀ ਜਿੱਤੂਗਾ, ਇਹ ਉਦੋਂ ਫਿਰ ਤੁਸੀਂ ਕਹੋਗੇ ਅਮਰੀਕਾ ਜਾ ਕੇ ਉਹਨੂੰ ਵਧਾਈ ਦੇਣੀ ਹੈ। ਮੈਂ ਯਕੀਨ ਨਹੀਂ ਕਰਨਾ। ਅੱਛਾ, ਮੈਂ ਕਹੂੰਗਾ ਈਮੇਲ ਕਰ, ਮੈਨੂੰ ਤਾਂ ਤੇਰੀ ਜ਼ੁਬਾਨ ਤੇ ਭਰੋਸਾ ਹੀ ਨਹੀਂਗਾ, ਤੂੰ ਤਾਂ ਮੁੱਕਰ ਜਾਣਾ, ਤੇਰੀ ਤਾਂ ਭੈਣ ਨਹੀਂ ਤੇਰੇ ਹੱਕ 'ਚ।
ਉਹਨੇ ਕਿਹਾ ਸੀ ਮੇਰਾ ਭਰਾ ਝੂਠ ਬਹੁਤ ਬੋਲਦਾ। ਅੱਛਾ ਤੇ ਅਗਲਾ ਜੇ ਗੁੱਸੇ ਹੋ ਗਿਆ ਵੀ ਅੱਛਾ ਟਹਿਣਾ ਸਾਹਿਬ ਤੇ ਮੈਨੂੰ ਇੱਥੋਂ ਥੋੜੀ ਕੱਢ ਦੂਗਾ, ਲੱਡੂ ਬਰਫੀਆਂ ਮੈਨੂੰ ਟਹਿਣੇ ਚੋਂ ਥੋੜੀ ਕੱਢ ਦੂ। ਕੋਈ ਪਤਾ ਨਹੀਂ ਅੱਜਕੱਲ ਯਾਰੀ ਪਤਾ ਕਿਹਨਾਂ ਨਾਲ ਹੈ ਉਹਨਾਂ ਦੀ। ਹਾਂ ਤੇ ਉਹ ਇਸ ਮੁਲਕ ਦੇ ਵਿੱਚ ਕੋਈ ਗੱਲ ਨਹੀਂ, ਆਪਾਂ ਵੀ ਖੇਤਾਂ ਵਾਲੇ ਆ, ਆਹਾ ਮੂਰੇ ਲਾ ਲਾਂਗੇ। ਸਦਕੇ ਜਾਵਾਂ, ਖੁਸ਼ ਕਰ ਦਿੱਤਾ ਈ। ਜਜ਼ਬਾ ਕਾਇਮ ਰੱਖਿਓ। ਉਹਦਾ ਜਹਾਜ਼ ਭਾਵੇਂ ਉੱਡੇ ਨਾ ਉੱਡੇ, ਮੇਰਾ ਮੋਟਰਸਾਈਕਲ ਬਹੁਤ ਉੱਡਦਾ। ਤੇ ਬਾਕੀ ਜਸਿੰਡਾ ਨੂੰ ਤੁਹਾਡੀਆਂ ਗੱਲਾਂ ਸਮਝ ਆ ਗਈਆਂ ਹੁਣ? ਜਸਿੰਡਾ ਇਹਦੀ ਹੁਣ ਦੇਖੋ ਇੰਨਾ ਵੱਡਾ ਰੁਤਬਾ ਉਹਨਾਂ ਦਾ, ਇਹਦੀ ਪੰਜਾਬੀ ਕਿਸੇ ਤੋਂ ਵੀ ਕਰਵਾ ਲੈਣ। ਓ ਜੀ ਜ਼ਰੂਰ, ਹਾਂ ਉਹ ਜ਼ਰੂਰ ਕਰਵਾਉਣਗੇ, ਮੈਨੂੰ ਲੱਗਦਾ ਹੈ ਉਹ ਵੀ ਚਾਹੀਦਾ ਵਿਚਾਰ ਦੇਖਦੇ ਸੋ ਬੇਨਤੀ ਇਹ ਆ, ਜਦੋਂ ਕਹੋ ਤੁਸੀਂ ਅਸੀਂ ਹਾਜ਼ਰ, ਇਨਸਾਨੀਅਤ ਦੇ ਨਾਤੇ, ਕੋਈ ਲਾਲਚ ਨਹੀਂਗਾ। ਵਾਹ ਡੈਰਾ ਸਾਹਿਬ ਵਾਹ, ਇਸੇ ਗੱਲ ਦੇ ਨਾਲ ਹੁਣ ਆਪਾਂ ਚੱਲਦੇ ਆ, ਜਾਣ ਦਾ ਵੇਲਾ ਹੋ ਗਿਆ। ਆਪਣੇ ਵਿਚਾਰ ਸਾਡੇ ਤਾਈਂ ਜ਼ਰੂਰ ਪਹੁੰਚਾਇਓ ਜੀ, ਪ੍ਰਤੀਕਿਰਿਆ ਜ਼ਰੂਰ ਦਿਓ ਤੇ ਦੋਵਾਂ ਨੂੰ ਦਿਓ ਇਜਾਜ਼ਤ। ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।